ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਕਿਸ਼ੋਰੀ ਰਾਮ ਹਸਪਤਾਲ ਤੇ ਡਾਇਬਟੀਜ਼ ਕੇਅਰ ਸੈਂਟਰ, ਜੋ ਕਿ ਕਿਸ਼ੋਰੀ ਰਾਮ ਰੋਡ, ਬਸੰਤ ਵਿਹਾਰ, ਬਠਿੰਡਾ ਵਿਖੇ ਸਥਿਤ ਹੈ। ਇਸ ਹਸਪਤਾਲ ਵਿੱਚ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਫੇਲ, ਹਾਰਟ ਅਟੈਕ, ਪੀਲੀਆ, ਹੱਡੀਆਂ ਦੀ ਕਮਜ਼ੋਰੀ ਆਦਿ ਦਾ ਬਹੁਤ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ। ਸਾਡੀ ਟੀਮ ਨੇ ਡਾਕਟਰ ਵਿਤੁਲ ਗੁਪਤਾ ਜੀ ਨਾਲ ਗੱਲਬਾਤ ਕੀਤੀ, ਜੋ ਕਿ ਹਸਪਤਾਲ ਦੇ MD ਨੇ ਤੇ ਇੱਕ ਸਮਾਜ ਸੇਵੀ ਦੇ ਤੌਰ ਤੇ ਬਹੁਤ ਵਧੀਆ ਸੇਵਾ ਦੇ ਰਹੇ ਨੇ। ਸਾਡੀ ਟੀਮ ਨੇ ਡਾਕਟਰ ਸੋਨੀਆ ਗੁਪਤਾ ਜੀ ਨਾਲ ਵੀ ਗੱਲਬਾਤ ਕੀਤੀ, ਜੋ ਕਿ MBBS ਡਾਈਟ ਐਂਡ ਨਿਊਟ੍ਰੀਸ਼ਨ ਕੰਸਲਟੈਂਟ ਨੇ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਸੋਨੀਆ ਅਰੋੜਾ ਜੀ ਦੇ ਨਾਲ, ਜਿਹੜੇ ਐਜ਼ ਏ ਡਾਈਟੀਸ਼ੀਅਨ ਆਪਣੀਆਂ ਸੇਵਾਵਾਂ ਨਾਲ ਦੇ ਰਹੇ ਨੇ ਮੈਡੀਕਲ ਫੀਲਡ ਦੇ। ਡਾਕਟਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਡਾਕਟਰ, ਜੋ ਐਪੀਡੈਮਿਕ ਹੈ ਅੱਜ ਦੇ ਦੌਰ ਦੇ ਵਿੱਚ ਕਰੋਨਾ ਦੇ, ਕਿਉਂਕਿ ਸਾਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ ਔਰ ਘਰਾਂ 'ਚ ਰਹਿ ਕੇ ਇਨਡੋਰ ਹੋ ਕੇ ਔਰ ਉਸ ਤਰੀਕੇ ਦਾ ਜਿਹੜਾ ਹੈਗਾ, ਕਿਉਂਕਿ ਜਦੋਂ ਆਪਾਂ ਘਰ ਰਹਿੰਦੇ ਹਾਂ ਤਾਂ ਥੋੜ੍ਹਾ ਜਿਹਾ ਤਲਿਆ ਫਲਿਆ ਖਾਣਾ ਇਹ ਉਹ, ਠੀਕ ਹੈ, ਔਰ ਉਹਦੇ ਨਾਲ ਨਾਲ ਸਾਡੇ ਸੀਡੇਟਿਵਨੈਸ ਵੀ ਜਿਹੜੀ ਵਧੀ ਜਾਂਦੀ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਹੋਰ ਜਨਮ ਲੈ ਰਹੀਆਂ ਨੇ? ਹਾਂਜੀ, ਬਹੁਤ ਜ਼ਰੂਰੀ ਹੈ ਕਿ ਆਪਾਂ ਸਿਹਤ ਦਾ ਧਿਆਨ ਰੱਖੀਏ। ਕਰੋਨਾ ਦੇ ਦੌਰ ਵਿੱਚ ਹੋਰ ਵੀ ਜ਼ਰੂਰੀ ਹੈ ਕਿ ਸਾਨੂੰ ਆਪਣਾ ਨਿਊਟ੍ਰੀਸ਼ਨ ਪ੍ਰਤੀ ਆਪਾਂ ਸਾਵਧਾਨ ਰਹੀਏ। ਜਿਹੜੀ ਐਕਸਰਸਾਈਜ਼ ਹੈਗੀ ਹੈ ਉਹ ਵੀ ਕਰਦੇ ਰਹੀਏ। ਜਿਹੜਾ ਨਿਊਟ੍ਰੀਸ਼ਨ ਦੇ ਕੰਸਰਨਿੰਗ ਹੈਗਾ ਵੈ, ਉਹ ਹੈਲਦੀ ਡਾਈਟ, ਪੌਸ਼ਟਿਕ ਖੁਰਾਕ ਲੈਣੀ ਚਾਹੀਦੀ ਹੈਗੀ ਹੈ, ਜਿਹਦੇ ਵਿੱਚ ਸਹੀ ਮਾਤਰਾ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ ਹੋਣੇ ਚਾਹੀਦੇ ਹੈਗੇ ਹੈ। ਅਤੇ ਉਹ ਸਾਡਾ ਜਿਹੜਾ ਖਾਣਾ ਹੈਗਾ ਵੈ ਉਹ ਪੌਸ਼ਟਿਕ ਹੋਣਾ ਚਾਹੀਦਾ ਵੈ। ਤਲਿਆ ਮਰਿਆ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਹੈਗਾ, ਉਹਦਾ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰ ਸਾਹਿਬ, ਪੰਜਾਬੀ ਖਾਣੇ ਜਿਹੜੇ ਕਿ ਸੁਬਾਹ ਆਪਾਂ ਅਗਰ ਪਰੌਂਠੇ ਨਹੀਂ ਖਾਂਦੇ ਤਾਂ ਉਹ ਕਹਿੰਦੇ ਨੇ ਵੀ ਤੁਹਾਡੇ ਕੋਲ ਤੁਸੀਂ ਐਜ਼ ਏ ਡਾਈਟੀਸ਼ੀਅਨ ਲੋਕਾਂ ਨਾਲ ਡੀਲ ਕਰਦੇ ਹੋ ਕਿ ਸੁਬਾਹ ਦਾ ਜਿਹੜਾ ਖਾਣਾ ਹੈਗਾ ਉਹ ਹੈਵੀ ਬ੍ਰੇਕਫਾਸਟ ਜਿਹੜਾ ਹੈਗਾ ਹਰੇਕ ਪੰਜਾਬੀ ਦਾ ਹੈ, ਔਰ ਉਸ ਨੂੰ ਮਤਲਬ ਉਹਦੇ 'ਚ ਥੋੜ੍ਹਾ ਜਿਹਾ ਚਲੋ ਤਲੇ ਨਾ ਤਾਂ ਮੱਖਣ ਵਗੈਰਾ ਦਾ ਥੋੜ੍ਹਾ ਜਿਹਾ ਯੂਜ਼ ਕਰਦੀ ਆ। ਕੀ ਕਹਿਣਾ ਚਾਹੋਗੇ ਕਿ ਅਗਰ ਜਿਹੜਾ ਸੁਬਾਹ ਦਾ ਖਾਣਾ ਤਲੇ ਨਾ, ਪਰੌਂਠੇ ਨੂੰ ਮਤਲਬ ਰੋਟੀ ਦੀ ਤਰ੍ਹਾਂ ਬਣਾ ਲੈਣ, ਉਹਦੇ ਉੱਪਰ ਥੋੜ੍ਹਾ ਮੋਟਾ ਮੱਖਣ ਜਿਹੜਾ ਹੈਗਾ ਨਾਲ ਅਟੈਚ ਕਰ ਲੈਣ, ਕੀ ਮਤਲਬ ਉਸ ਲੈਵਲ ਤੱਕ ਖਾਣਾ ਜਿਹੜਾ ਹੈਗਾ ਉਹ ਐਡਜਸਟ ਹੋ ਸਕਦਾ? ਜਿਹੜਾ ਮਾਰਨਿੰਗ ਬ੍ਰੇਕਫਾਸਟ ਹੈਗਾ ਵੈ, ਉਹਦੇ ਵਿੱਚ ਜਿਹੜੀ ਹੈਗੀ ਹੈ ਰੋਟੀ, ਗੋਭੀ ਵਾਲੀ ਜਾਂ ਮੂਲੀ ਵਾਲੀ ਜਾਂ ਪਿਆਜ਼ ਵਾਲੀ ਭਰਵੀਂ ਰੋਟੀ ਬਣਾ ਕੇ ਖਾਈ ਜਾ ਸਕਦੀ ਹੈਗੀ ਹੈ। ਜਦੋਂ ਤੱਕ ਮੱਖਣ ਦੀ ਹੈਗੀ ਹੈ, ਉਹ ਤੁਹਾਡੇ ਭਾਰ ਦੇ ਮੁਤਾਬਿਕ ਹੈ, ਤੁਸੀਂ ਕਿੰਨੀ ਕੁ ਵਰਜਿਸ਼ ਕਰਦੇ ਹੈਗੇ ਹੋ, ਤੁਹਾਡੇ ਸਰੀਰ ਦੀ ਜ਼ਰੂਰਤ ਕਿੰਨੀ ਹੈ, ਉਹਦੇ 'ਤੇ ਨਿਰਭਰ ਕਰਦਾ ਹੈ। ਮਤਲਬ ਵੀ ਸ਼ੁੱਡ ਅਵੋਇਡ ਇਟ, ਮਤਲਬ ਵੈਸੇ ਆਮ ਆਪਣਾ ਆਮ ਜਿਹੜਾ ਹੈਗਾ ਇੱਕ ਸਰਟਨ ਉਮਰ ਤੋਂ ਬਾਅਦ ਤੇ ਅਵੋਇਡ ਕਰਨਾ ਹੀ ਚਾਹੀਦਾ ਹੈਗਾ ਵੈ। ਜੇ ਭਾਰ ਜ਼ਿਆਦਾ ਹੈਗਾ ਵੈ, ਤੁਹਾਨੂੰ ਕੋਈ ਨਾਲ ਤਕਲੀਫ ਹੈਗੀ ਹੈ, ਤੇ ਬਿਲਕੁਲ 100% ਅਵੋਇਡ ਕਰਨਾ ਚਾਹੀਦਾ। ਔਰ ਦੱਸੋ, ਅਗਰ ਇਹਦੇ ਨਾਲ ਨਾਲ ਜਿੱਦਾਂ ਚਾਹ ਪੀਣ ਦਾ ਸ਼ੌਕੀਨ ਹੈਗੇ ਵੀ ਘੁੱਟੋ ਵੱਟੀ ਚਾਹ, ਜਿੱਦਾਂ ਇੱਕ ਬੁਰਕੀ ਖਾ ਲਈ ਰੋਟੀ ਦੀ ਨਾਲ ਚਾਹ ਪੀਣੀ, ਮਤਲਬ ਇਹ ਜਿਹੜਾ ਪੰਜਾਬੀ ਸਾਡਾ ਕਲਚਰ ਸੀਗਾ ਪਹਿਲੇ ਤੋਂ ਹੀ, ਮਤਲਬ ਵੀ ਚਾਹ ਦੇ ਨਾਲ ਰੋਟੀ ਖਾਣੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੱਥੋਂ ਤੱਕ ਮਤਲਬ ਇਹ ਹੈ ਸਹੀ? ਜਿਹੜੀ ਚਾਹ ਦੀ ਇੱਕ ਸੀਮਿਤ ਮਾਤਰਾ ਦੇ ਵਿੱਚ ਜਿਹੜਾ ਉਪਯੋਗ ਹੈਗਾ ਵੈ, ਉਹ ਤਾਂ ਤੁਸੀਂ ਕਰ ਸਕਦੇ ਹੈਗੇ ਹੋ। ਜੇ ਜ਼ਰੂਰਤ ਨਾਲ ਜ਼ਿਆਦਾ ਕਰੋਗੇ ਤੇ ਉਹਦੇ ਨਾਲ ਤੇਜ਼ਾਬ ਬਣੇਗਾ, ਤੇ ਉਹਦੇ ਨਾਲ ਜਿਹੜੇ ਸਾਡੇ ਰੋਟੀ ਦੇ ਵਿੱਚੋਂ ਆਇਰਨ ਦੀ ਐਬਜ਼ੌਰਪਸ਼ਨ ਹੈਗੀ ਹੈ, ਉਹਦੇ 'ਤੇ ਵੀ ਫਰਕ ਪੈਂਦਾ ਹੈ। ਮਤਲਬ ਘੁੱਟੋ ਵੱਟੀ ਨਹੀਂ ਪੀਣੀ ਚਾਹੀਦੀ, ਮਤਲਬ ਸਾਨੂੰ ਉਹ ਨਹੀਂ ਵੀ ਇੱਕ ਰੋਟੀ ਬੁਰਕੀ ਦੀ ਖਾ ਲਈ ਉਹਦੇ ਨਾਲ ਚਾਹ ਪੀ ਲਈ, ਮਤਲਬ ਉਹ ਨਹੀਂ ਕਰਨੀ ਚਾਹੀਦੀ। ਹਾਂ, ਜੇ ਤੁਹਾਨੂੰ ਬਹੁਤਾ ਹੀ ਤੁਹਾਨੂੰ ਆਦਤ ਹੈਗੀ ਹੈ ਤਾਂ ਤੁਸੀਂ ਦੁੱਧ ਦੇ ਵਿੱਚ ਥੋੜ੍ਹੀ ਜਿਹੀ ਪੱਤੀ ਪਾ ਲਓ, ਉਹ ਤੁਸੀਂ ਕਰ ਸਕਦੇ ਹੈਗੇ ਹੋ। ਅਤੇ ਜਿੰਨਾ ਕੁ ਅਵੋਇਡ ਕਰ ਸਕਦੇ ਹੋ ਉਹਨਾਂ ਕੁ ਅਵੋਇਡ ਕਰ। ਡਾਕਟਰ ਸਾਹਿਬ, ਉਸ ਤੋਂ ਬਾਅਦ 'ਚ ਆ ਜਾਂਦਾ ਵੀ ਬੰਦਾ ਚਲਾ ਜਾਂਦਾ ਕਿਤੇ ਸੁਬਾਹ ਦੇ ਬ੍ਰੇਕਫਾਸਟ ਤੋਂ ਬਾਅਦ ਦੇ ਵਿੱਚ, ਫਿਰ ਜਾ ਕੇ ਲੋਕ ਵੀ ਥੋੜ੍ਹੀ ਚੱਲ ਚਾਹ ਦਾ ਪੀ ਲਾ, ਚਾਹ ਨਹੀਂ ਪੀਣੀ ਠੰਡਾ ਪੀ ਲਿਆ, ਚਾਹ ਦੇ ਨਾਲ ਨਾਲ ਫਿਰ ਥੋੜ੍ਹਾ ਜਿਹਾ ਫਿਰ ਕਹਿੰਦੇ ਵੀ ਹੁਣ ਇਕੱਲੀ ਖਾਲੀ ਚਾਹ ਨਹੀਂ ਪੀਣੀ, ਪਕੌੜੀ ਸ਼ਕੌੜੀ ਜਿਹੜੀ ਹੈਗੀ ਉਹ ਖਿਲਾਉਣ ਲੱਗ ਜਾਂਦੇ ਆ। ਕੀ ਕਹਿਣਾ ਚਾਹੋਗੇ ਕਿ ਅਸੀਂ ਜਦੋਂ ਇੱਕ ਮੀਲ ਲੈ ਲਿਆ ਉਸ ਤੋਂ ਬਾਅਦ 3-4 ਘੰਟੇ ਸਾਨੂੰ ਬਿਲਕੁਲ ਆਪਣਾ ਸਟੋਮਚ ਐਮਟੀ ਰੱਖਣਾ ਚਾਹੀਦਾ ਔਰ ਪਾਣੀ ਦਾ ਹੀ ਇਕੱਲਾ ਯੂਜ਼ ਕਰਨਾ ਚਾਹੀਦਾ? ਇਹ ਜਿਹੜੀਆਂ ਸਾਰੀਆਂ ਜਿਹੜੀ ਹੈਗਾ ਨਾ, ਇਹ ਤੁਹਾਡੇ ਨਿਰਭਰ ਕਰਦੀ ਹੈਗੀ ਹੈ ਕਿ ਤੁਹਾਡਾ ਸਰੀਰ ਦਾ ਭਾਰ ਕਿੰਨਾ ਹੈ, ਤੁਹਾਡੀ ਇਸਤਰੀ ਹੋ, ਪੁਰਸ਼ ਹੋ, ਤੁਹਾਡਾ ਫਿਜ਼ੀਕਲ ਐਕਟੀਵਿਟੀ ਕਿੰਨੀ ਹੈਗੀ ਹੈ, ਉਹ ਸਾਰੀ ਚੀਜ਼ਾਂ ਦੇ ਉੱਪਰ ਨਿਰਭਰ ਕਰਦਾ ਹੈਗਾ ਕਿ ਤੁਹਾਨੂੰ ਕਿੰਨੀ ਤੁਸੀਂ ਊਰਜਾ ਲੈਣੀ ਹੈਗੀ ਹੈ, ਕਿੰਨੀਆਂ ਕੈਲਰੀਜ਼ ਨੂੰ ਕੰਜ਼ਿਊਮ ਕਰਨਾ ਹੈਗਾ। ਅਤੇ ਜਿਹੜੀ ਪਕੌੜੇ ਸ਼ਕੌੜੇ ਹੈ, ਉਹ ਚੀਜ਼ਾਂ ਦਾ ਤਾਂ ਤੁਹਾਨੂੰ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਔਰ ਹਰੇਕ ਮੀਲ ਦੇ ਵਿੱਚ ਸਾਨੂੰ ਕਿੰਨਾ ਕੁ ਮਤਲਬ ਡਿਫਰੈਂਸ ਆਪਣਾ ਟਾਈਮ ਦਾ ਰੱਖਣਾ ਚਾਹੀਦਾ? ਜਿੱਦਾਂ ਅਸੀਂ ਸੁਬਾਹ ਬ੍ਰੇਕਫਾਸਟ ਕਰ ਲਈ ਹੈਗੀ ਆ, ਬ੍ਰੇਕਫਾਸਟ ਤੋਂ ਬਾਅਦ ਕਿੰਨੀ ਦੇਰ ਬਾਅਦ ਸਾਨੂੰ ਆਪਣਾ ਸਟੋਮਚ ਐਮਟੀ ਰੱਖਣਾ ਚਾਹੀਦਾ? ਜਿਵੇਂ ਆਪਣੀ ਅਸੀਂ ਪੰਜਾਬੀ ਲੋਕ ਕਰਦੇ ਹਾਂ, ਸਵੇਰੇ ਨਾਸ਼ਤਾ ਕੀਤਾ 10 ਵਜੇ, ਦੁਪਹਿਰੇ 2 ਵਜੇ ਰੋਟੀ ਖਾਂਦੇ ਹੈਗੇ ਹਾਂ, ਵਿੱਚ ਇੱਕ ਵਾਰੀ ਜੇ ਚਾਹ ਪੀ ਲਈ, ਠੀਕ ਹੈਗਾ। ਇਸ ਹਿਸਾਬ ਦੇ ਨਾਲ ਬਿਲਕੁਲ ਠੀਕ ਹੈਗਾ ਵੈ
ਗੈਸਟ੍ਰਿਕ ਐਮਪਟਿੰਗ ਠੀਕ ਹੋ ਜਾਂਦੀ ਹੈਗੀ ਹੈ, ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਔਰ ਦੱਸੋ ਜਿੱਦਾਂ ਲੰਚ ਦੇ ਵਿੱਚ ਵੀ ਅਸੀਂ ਲੋਕ ਜੇ ਚਾਵਲ ਦੇ ਨਾਲ ਰੋਟੀ ਖਾਂਦੇ ਹਾਂ, ਚਾਵਲ ਤੇ ਰੋਟੀ ਮਤਲਬ ਦੋਨੇ ਚੀਜ਼ਾਂ ਖਾਂਦੇ, ਕਿ ਇਹਦੇ ਨਾਲ ਵੀ ਕੋਈ ਇਹਦਾ ਐਂਟੀ ਇਫੈਕਟ ਹੈਗਾ ਕਿ ਚਾਵਲ ਤੇ ਰੋਟੀ ਦੋਨੇ ਇਹਨਾਂ 'ਚ ਸਟਾਰਚ ਕਿਸੇ ਤਰੀਕੇ ਦਾ ਮਤਲਬ ਕੰਬੀਨੇਸ਼ਨ ਜਿਹੜਾ ਹੈਗਾ ਉਹ ਗੜਬੜਾਉਂਦਾ? ਜਿਹੜੀ ਚਾਵਲ ਦੇ ਵਿੱਚ ਹੈਗਾ ਵਾ ਉਹਦੇ 'ਚ ਥੋੜਾ ਫਾਈਬਰ ਘੱਟ ਹੈਗਾ ਵਾ, ਇਸ ਕਰਕੇ ਚਾਵਲ ਨਾਲ ਉਹਦੇ ਨਾਲ ਛੇਤੀ ਭੁੱਖ ਲੱਗ ਜਾਂਦੀ ਹੈਗੀ ਹੈ। ਕਣਕ ਦੇ ਵਿੱਚ ਫਾਈਬਰ ਜ਼ਿਆਦਾ ਹੈਗਾ ਵਾ ਤੇ ਥੋੜੀ ਉਹਦੇ 'ਚ ਗੈਸਟ੍ਰਿਕ ਐਮਪਟਿੰਗ ਡਿਲੇ ਹੁੰਦੀ ਹੈਗੀ ਹੈ, ਭੁੱਖ ਥੋੜੀ ਲੇਟ ਲੱਗਦੀ ਹੈਗੀ। ਨਹੀਂ, ਜਿੱਦਾਂ ਲੋਕ ਮਤਲਬ ਅੱਜ ਕੱਲ੍ਹ ਜਿੱਦਾਂ ਸਟਾਈਲ ਬਣਿਆ ਕਿ ਰੋਟੀ 2 ਰੋਟੀਆਂ ਖਾਣੀਆਂ, ਨਾਲ ਚਾਵਲ ਰੱਖ ਲਏ, ਨਾਲ ਸਬਜ਼ੀ ਰੱਖ ਲਈ, ਮਤਲਬ ਰੋਟੀ ਤੇ ਚਾਵਲ ਇਕੱਠੇ ਖਾ ਸਕਦਾ ਬੰਦਾ? ਉਹੀ ਤੁਹਾਡਾ ਡਿਪੈਂਡ, ਉਹ ਤੁਸੀਂ ਲੈ ਸਕਦੇ ਹੈਗੇ ਹੋ, ਇਕੱਠਾ ਲੈ ਸਕਦੇ ਹੈਗੇ, ਦੋਨੋਂ ਕਾਰਬੋਹਾਈਡਰੇਟ ਹੀ ਹੈਗੇ ਹੈ, ਪਰ ਨਿਰਭਰ ਉਹਦੇ 'ਤੇ ਕਰੇਗਾ ਕਿ ਤੁਹਾਡੀ ਸਰੀਰ ਦੀ ਲੋੜ ਕਿੰਨੀ ਹੈਗੀ ਹੈ। ਜੇ ਤੁਸੀਂ 2 ਰੋਟੀਆਂ ਤੁਹਾਡੇ ਸਰੀਰ ਦੀ ਜ਼ਰੂਰਤ ਹੈਗੀ ਹੈ ਤੇ 2 ਹੀ ਖਾਣੀਆਂ ਫਿਰ ਤੁਸੀਂ 4 ਦੇ ਬਰਾਬਰ ਨਹੀਂ ਨਾ ਖਾ ਸਕਦੇ ਹੈਗੇ, ਇਹ ਤਾਂ ਭਾਰ ਵਧੇਗਾ। ਜਿੰਨੀਆਂ ਕੈਲਰੀਜ਼ ਵੱਧ ਹੋਣਗੀਆਂ ਉਹਨਾਂ ਤੁਹਾਡੇ ਫੈਟ ਦੀ ਮਾਤਰਾ ਵੱਧ ਜਾਣੀ ਹੈ ਤੇ ਤੁਹਾਡਾ ਭਾਰ ਵੱਧ ਜਾਣਾ ਹੈ। ਮੈਂ ਡਾਕਟਰ ਸਾਹਿਬ ਯੂ ਮੀਨ ਟੂ ਸੇ ਕਿ ਜਿਹੜੇ ਲੋਕ ਵਰਕਿੰਗ ਲੋਕ ਨੇ, ਜਿਹੜੇ ਤੁਰਦੇ ਫਿਰਦੇ ਲੋਕ ਨੇ, ਉਹ ਮਤਲਬ ਜਿਨ੍ਹਾਂ ਦਾ ਅਬਜ਼ੌਰਬ ਹੁੰਦੀਆਂ ਚੀਜ਼ਾਂ, ਹਾਲੇ ਤੁਹਾਡਾ ਸਿਹਤ ਢਿੱਡ ਚੀਜ਼ਾਂ ਮੰਗਦਾ ਹੈਗਾ, ਮਤਲਬ ਤੁਹਾਨੂੰ ਭੁੱਖ ਲੱਗਦੀ ਹੈਗੀ ਆ, ਉਹ ਲੋਕ ਮਤਲਬ ਉਸ ਮਾਤਰਾ ਤੱਕ ਲੈ ਸਕਦੇ। ਲੇਕਿਨ ਜਿਹੜੇ ਲੋਕਾਂ ਨੇ ਬੈਠ ਕੇ ਔਨ ਆਫਿਸ ਹੈਗੇ ਜਾਂ ਜਿੱਦਾਂ ਜਿਨ੍ਹਾਂ ਨੇ ਹਿੱਲਣਾ ਨਹੀਂ ਗਾ, ਇੱਕ ਵਾਰੀ ਆ ਗਏ, ਮਤਲਬ ਬੈਂਕਾਂ ਆਉਂਦੇ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ, ਮਤਲਬ ਜਿਹੜੇ ਲੋਕ ਮਤਲਬ ਬੈਠ ਕੇ ਵਾਲੀ ਜੌਬ ਹੈਗੀ, ਉਹਨਾਂ ਲੋਕਾਂ ਨੂੰ ਉਹ ਚੀਜ਼ਾਂ ਅਵਾਇਡ ਜ਼ਿਆਦਾ ਕਰਨੀ ਚਾਹੀਦੀ। ਮੋਟੇ ਤੌਰ ਤੇ ਇਹੀ ਚੀਜ਼ ਹੈਗੀ ਹੈ ਕਿ ਜਿਹੜਾ ਡਾਈਟ ਚਾਰਟ ਹੈਗਾ ਵੈ ਉਹ ਹਰ ਇੱਕ ਬੰਦੇ ਦੇ ਮੁਤਾਬਿਕ ਬਣੂਗਾ। ਉਹ ਬੰਦੇ ਦੀ ਹਾਈਟ ਕਿੰਨੀ ਹੈ, ਉਹਦੀ ਉਮਰ ਕਿੰਨੀ ਹੈ, ਉਹ ਇਸਤਰੀ ਹੈ ਜਾਂ ਪੁਰਖ ਹੈ, ਉਹਦਾ ਫਿਜ਼ੀਕਲ ਐਕਟੀਵਿਟੀ ਕਿੰਨੀ ਹੈਗੀ ਹੈ, ਸਰੀਰਕ ਕਸਰਤ ਕਿੰਨੀ ਕਰਦਾ ਹੈਗਾ ਵਾ, ਉਹਦਾ ਭਾਰ ਕਿੰਨਾ ਹੈ, ਉਹਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਹੈ, ਉਹਦੇ ਮੁਤਾਬਿਕ ਅਸੀਂ ਉਹਨੂੰ ਦੱਸਦੇ ਹੈਗੇ ਕਿ ਭਾਈ ਤੇਰੀ ਜ਼ਰੂਰਤ 1800 ਕੈਲਰੀਜ਼ ਦੀ ਹੈਗੀ ਹੈ, ਤੇਰੀ 2200 ਕੈਲਰੀਜ਼ ਹੈ, ਤੇਰੀ 2500 ਕੈਲਰੀਜ਼, ਤੇਰੀ 3000 ਕੈਲਰੀਜ਼ ਤੱਕ ਲੈ ਸਕਦਾ ਮੈਂ। ਸੋ ਸਾਰੀ ਚੀਜ਼ਾਂ ਉਹਦੇ ਉੱਪਰ ਨਿਰਭਰ ਕਰਦੀਆਂ ਹੈਗੀਆਂ। ਵੈਸੇ 30 ਸਾਲ ਪੁਰਾਣਾ ਜਦੋਂ ਕਿ ਡਾਈਟ ਦੇ ਵਿੱਚ ਲੋਕ ਇੰਨੇ ਕੌਨਸ਼ੀਅਸ ਨਹੀਂ ਸੀਗੇ, ਤੁਸੀਂ ਉਸ ਟਾਈਮ ਤੇ ਆਪਣੇ ਮਾਈਂਡ 'ਚ ਕਿੱਦਾਂ ਸੋਚਿਆ ਕਿ ਮੈਂ MBBS ਕਰਨ ਤੋਂ ਬਾਅਦ, ਕਿਉਂਕਿ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਆਪਾਂ MBBS ਕੀਤੀ ਔਰ ਡਾਕਟਰ ਬਣ ਗਏ, ਉਸ ਤੋਂ MS MD ਵੀ ਬਹੁਤ ਘੱਟ ਲੋਕਾਂ ਨੂੰ ਮਤਲਬ ਕੋਈ ਟਾਵਾਂ ਢਿੱਲਾ ਕਰਦਾ ਹੁੰਦਾ ਸੀਗਾ, ਔਰ ਤੁਸੀਂ ਉਦੋਂ ਡਾਇਟੀਸ਼ੀਅਨ ਦਾ ਨਾਲ ਕਰ ਲਿਆ। ਕਿਵੇਂ ਤੁਹਾਡੇ ਮਨ 'ਚ ਆਇਆ ਔਰ ਕਿਵੇਂ ਤੁਸੀਂ ਅੱਜ ਇੱਕ ਰਿਨੋਡ ਡਾਇਟੀਸ਼ੀਅਨ ਹੋ ਇਸ ਏਰੀਏ ਦੇ? ਜਦੋਂ ਤੋਂ ਬੱਚਾ ਪੈਦਾ ਹੁੰਦਾ ਵੈ ਉਦੋਂ ਤੋਂ ਉਹਦੀ ਸ਼ੁਰੂ ਹੋ ਜਾਂਦਾ ਵੈ। ਪਹਿਲੇ ਉਹ ਮਾਂ ਦਾ ਦੁੱਧ ਪੀਂਦਾ ਹੈਗਾ ਵੈ, 6 ਮਹੀਨੇ ਤੋਂ ਉਹਦੀ ਥੋੜਾ ਬਹੁਤ ਸਪਲੀਮੈਂਟਰੀ ਨਿਊਟ੍ਰੀਸ਼ਨ ਸਟਾਰਟ ਹੋ ਜਾਂਦੀ ਹੈ, 1 ਸਾਲ ਤੋਂ ਬੱਚਾ ਖਾਣਾ ਸ਼ੁਰੂ ਹੋ ਜਾਂਦਾ ਹੈ। ਸੋ ਖੁਰਾਕ ਤੋਂ ਬਗੈਰ ਤਾਂ ਜ਼ਿੰਦਗੀ ਹੈਗੀ ਹੋ ਨਹੀਂ ਹੈ। ਸੋ ਖੁਰਾਕ ਤਾਂ ਪਹਿਲੇ ਦਿਨ ਤੋਂ ਦਿਮਾਗ ਦੇ ਵਿੱਚ ਸੀਗੀ ਕਿ ਇਹਦੇ ਵਿੱਚ ਹੀ ਆਪਾਂ ਮਹਾਰਤ ਹਾਸਿਲ ਕਰਨੀ ਹੈਗੀ ਹੈ। ਸੋ ਐਸੇ ਕਰਕੇ ਮੈਂ ਅੱਗੇ ਇਹਦੇ ਵਿੱਚ ਡਿਪਲੋਮਾ ਕੀਤਾ ਖੁਰਾਕ ਦੇ ਵਿੱਚ। ਦੱਸਾਂ, ਮੋਟਾਪਾ ਜਿਹੜਾ ਕਿ ਇੱਕ ਐਪੀਡੈਮਿਕ ਬਣ ਚੁੱਕਿਆ ਹੈਗਾ, ਅੱਜ ਹਰ ਤੀਸਰਾ ਬੰਦਾ ਜਿਹੜਾ ਹੈਗਾ ਮੋਟਾਪੇ ਦਾ ਸ਼ਿਕਾਰ ਤਕਰੀਬਨ ਹੋ ਜਾਂਦਾ, ਔਰ ਛੋਟੀ ਛੋਟੀਆਂ ਬੱਚੀਆਂ, ਔਰ ਜਿਸ ਤਰੀਕੇ ਨਾਲ ਹਾਰਮੋਨਲ ਇਨਬੈਲੈਂਸ ਹੈਗਾ, PCODs ਦਾ ਬੜਾ ਰੁਝਾਨ ਹੈਗਾ। ਕੀ ਕਹਿਣਾ ਚਾਹੋਗੇ ਕਿ ਅੱਜ ਤਕਰੀਬਨ ਜਿਹੜੇ ਵੀ ਮੋਟਾਪੇ ਵਾਲੇ ਬੰਦੇ ਹੈਗੇ ਆ, ਅਗਰ ਉਹ ਕਿਸੇ ਵਧੀਆ ਡਾਈਟੀਸ਼ੀਅਨ ਨੂੰ ਫੋਲੋ ਕਰਦੇ ਆ ਤਾਂ ਉਹਦੇ ਨਾਲ ਨਾਲ ਮਤਲਬ ਲੱਗ ਕੇ ਉਹਨਾਂ ਦਾ ਜਿਹੜਾ ਅੱਗੇ ਗਾਂ ਵਧਣਾ ਹੈਗਾ ਬੁਢਾਪਾ, ਉਹਦਾ ਰੁਕੂਗਾ, ਉਹਦੇ ਨਾਲ ਨਾਲ ਜਿਹੜਾ ਪਹਿਲਾਂ ਵਾਲਾ ਉਹਨੂੰ ਵੀ ਰਿਲੀਫ ਹੁੰਦਾ? ਡੈਫੀਨੇਟਲੀ ਜੇ ਤੁਸੀਂ ਇੱਕ ਖੁਰਾਕ ਦੇ ਮਾਹਿਰ ਨੂੰ ਉਹਦੇ ਨਾਲ ਰਾਏ ਕਰਦੇ ਹੈਗੇ ਹੋ, ਆਪਣੇ ਭਾਰ 'ਤੇ ਕੰਟਰੋਲ ਕਰਦੇ ਹੋ, ਖੁਰਾਕ ਦਾ ਧਿਆਨ ਰੱਖਦੇ ਹੈਗੇ ਹੋ, ਤੁਹਾਡਾ ਜਿਹੜਾ ਮੋਟਾਪਾ ਹੈਗਾ ਵੈ ਘਟਦਾ ਵੀ ਹੈਗਾ ਵੈ, ਅੱਗੇ ਵਧਣੋਂ ਵੀ ਰੁਕਦਾ ਵੈ, ਤੇ ਜਿਹੜੀ ਉਹਦੇ ਨੁਕਸਾਨ ਹੋਣੇ ਹੈ ਉਹਦੇ ਤੋਂ ਵੀ ਬਚਾਅ ਹੁੰਦਾ ਹੈ। ਅੰਡਰ ਜਿੱਦਾਂ ਅੱਜ ਕੱਲ੍ਹ ਦੇ ਯੰਗ ਗਰਲਸ ਜਿਹੜੀਆਂ ਹੈਗੀਆਂ ਉਹ ਕਹਿੰਦੇ ਨਹੀਂ ਅਸੀਂ ਖਾਣਾ ਨਹੀਂ ਖਾਣਾ, ਦੁੱਧ ਨਹੀਂ ਪੀਣਾਗਾ, ਔਰ ਉਹ ਬੱਚੇ ਜੰਮਣੇ ਜਦੋਂ ਤੱਕ ਜਾ ਕੇ ਉਹਨਾਂ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਬੱਚੇ ਜੰਮਣ ਦੇ ਵਿੱਚ, ਉਹਨਾਂ 'ਚ ਤਾਕਤ ਦੀ ਜਿਹੜੀ ਬੜੀ ਕਮੀ ਰਹਿੰਦੀ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਇੰਨਾ ਜ਼ਿਆਦਾ ਵੀ ਨਹੀਂ ਕੋਸ਼ਿਸ਼ ਹੋਣਾ ਚਾਹੀਦਾ ਫੂਡ ਦੇ ਵੀ ਅਸੀਂ ਭੁੱਖੇ ਰਹਿਣਾ, ਅਸੀਂ ਦੁੱਧ ਨਹੀਂ ਪੀਣਾ, ਅਸੀਂ ਇੱਦਾਂ ਨਹੀਂ ਕਰਨਾ? ਕੀ ਕਹਿਣਾ ਚਾਹੋਗੇ? ਠੀਕ ਆ, ਕਿਸੇ ਲੈਵਲ ਤੱਕ ਜਿਹੜੇ ਪਤਲੀਆਂ ਕੁੜੀਆਂ ਉਹ ਵੀ ਅੱਜ ਕੱਲ੍ਹ ਇੱਦਾਂ ਆਪਦੇ ਆਪ ਨੂੰ ਮੋਟੀ ਨਾ ਹੋ ਜਾਏ, ਕਿਉਂਕਿ ਮੋਟਾਪਾ ਨੂੰ ਜੋ ਦੇਖਦੇ ਤਾਂ ਉਹਨਾਂ ਦੇ ਮਨ ਦੇ 'ਚ ਬੋਝ ਪੈਂਦਾ। ਬਿਲਕੁਲ ਸਹੀ ਗੱਲ ਹੈ। ਜਿਹੜੀ ਕਿਸੇ ਵੀ ਬੰਦੇ ਦੀ ਜਿਹੜੀ ਹੈਗੀ ਹੈ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ, ਪੌਸ਼ਟਿਕ ਖੁਰਾਕ ਲੈਣੀ ਹੈਗੀ ਹੈ, ਜਿਹੜੀ ਚੀਜ਼ਾਂ ਨੁਕਸਾਨਦੇਹ ਹੈ ਉਹ ਬੰਦ ਕਰਨੀਆਂ ਵੇ, ਬਾਕੀ ਜਿਹੜੀ ਹੈਲਦੀ ਫੂਡ ਹੈ ਉਹ ਤਾਂ ਖਾਣਾ ਹੀ ਖਾਣਾ ਹੈ। ਉਹਦੇ ਵਿੱਚ ਫਲ ਹੈ, ਸਬਜ਼ੀਆਂ ਹੈ, ਦੁੱਧ ਹੈ, ਤੁਸੀਂ ਜਿਹੜਾ ਫੈਟ ਦੀ ਮਾਤਰਾ ਹੈਗੀ ਹੈ ਉਹ ਤੁਸੀਂ ਘਟਾ ਸਕਦੇ ਹੈਗੇ ਹੋ, ਪਰ ਥੋੜ੍ਹੀ ਬਹੁਤੀ ਤੁਹਾਨੂੰ ਜ਼ਰੂਰੀ ਹੈਗੀ ਹੈ ਤਾਂ ਕਿ ਜਿਹੜੇ ਫੈਟ ਸੋਲੂਬਲ ਵਿਟਾਮਿਨਸ ਹੈਗੇ ਉਹ ਸਾਡੇ ਐਬਜ਼ੌਰਬ ਹੋ ਜਾਣ, ਨਹੀਂ ਤਾਂ ਉਹਨਾਂ ਦੀ ਡੈਫੀਸ਼ੀਐਂਸੀ ਹੋ ਜਾਏਗੀ। ਦੱਸੋ ਕੀ ਕਹਿਣਾ ਚਾਹੋਗੇ? ਕੋਲਡ ਡਰਿੰਕਸ ਹੋ ਗਏ ਔਰ ਜੰਕ ਫੂਡਸ ਹੋ ਗਏ, ਐਡਡ ਜੂਸਿਸ ਹੋ ਗਏ, ਜਿਨ੍ਹਾਂ ਦੇ ਨਾਲ ਅੱਜ ਬਹੁਤ ਜ਼ਿਆਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਡਾਈਟੀਸ਼ੀਅਨ ਲੋਕ ਜਿਹੜੇ ਹੈਗੇ ਆ ਉਹਨੂੰ ਬੜਾ ਬੁਰਾ ਮੰਨ ਰਹੇ ਨੇ ਕਿ ਇਹਨਾਂ ਚੀਜ਼ਾਂ ਦੇ ਨਾਲ ਤਾਂ ਮੋਟਾਪਾ ਬਹੁਤ ਵਧਣ ਵਾਲੀ ਗੱਲ ਆ। ਫਰੈਸ਼ ਫਰੂਟਸ ਹੈਗੇ ਜਿਹੜੇ, ਉਹਨਾਂ ਦਾ ਜੂਸ ਨੂੰ ਤੁਸੀਂ ਰਿਕਮੈਂਡ ਕਰੋਗੇ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜਿਹੜੇ ਹੈਗੇ ਆ ਆਪਣੀ ਕੋਲਡ ਡਰਿੰਕਸ ਹੈਗੀਆਂ, ਜੂਸਿਸ ਹੈਗੇ, ਇਹਨਾਂ ਸਾਰਿਆਂ ਦੇ ਵਿੱਚ ਮਿੱਠਾ ਪਾਇਆ ਹੁੰਦਾ ਹੈ, ਸਿਰਫ ਸ਼ੂਗਰ ਹੈਗੀ ਹੈ, ਚੀਨੀ ਹੈਗੀ ਹੈ, ਜਿਹਦੀ ਸਾਨੂੰ ਜ਼ਰੂਰਤ ਹੀ ਨਹੀਂ ਹੈਗੀ ਹੈ, ਐਕਸਟਰਾ ਕੈਲਰੀਜ਼ ਦੀ ਸਾਨੂੰ ਜ਼ਰੂਰਤ ਨਹੀਂ ਹੈ। ਜਿਹੜੇ ਹੈਗੇ ਆ ਫਰੂਟ ਜੂਸਿਸ
ਉਹਦੀ ਬਜਾਏ ਮੈਂ ਕਹਿੰਦੀ ਆ ਕਿ ਵੀ ਜਿਹੜਾ ਬੰਦਾ ਖਾ ਸਕਦਾ ਵਾ ਉਹ ਫਰੂਟ ਖਾਵੇ। ਤੁਸੀਂ ਫਰੂਟ ਖਾਓਗੇ ਤੁਹਾਨੂੰ ਨਾਲ ਫਾਈਬਰ ਮਿਲੂਗਾ, ਤੁਹਾਡਾ ਪੇਟ ਭਰੇਗਾ, ਤੁਹਾਨੂੰ ਜ਼ਿਆਦਾ ਵਿਟਾਮਿਨਸ ਮਿਲਣਗੇ। ਜੇ ਤੁਸੀਂ ਜੂਸ ਪੀਂਦੇ ਹੈਗੇ ਹੋ, ਜੂਸ ਉਹਨਾਂ ਵਾਸਤੇ ਹੈ ਜਿਹੜੇ ਖਾ ਨਹੀਂ ਸਕਦੇ ਹੈਗੇ, ਜਿਵੇਂ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ ਖਾਣ ਦੇ ਵਿੱਚ, ਜਾਂ ਬੱਚੇ ਹੈਗੇ ਆ ਜ਼ਿਆਦਾ ਉਹਨਾਂ ਦੀ એનર્ਜੀ ਦੀ ਕੰਜ਼ੰਪਸ਼ਨ ਜ਼ਿਆਦਾ ਹੈਗੀ ਹੈ, ਜ਼ਿਆਦਾ ਉਹਨਾਂ ਨੂੰ ਜ਼ਰੂਰਤ ਹੈਗੀ ਹੈ, ਉਹ ਲੈ ਸਕਦੇ ਹੈਗੇ ਆ। ਬਾਕੀ ਜਿਹੜੇ ਹੈਗੇ ਆ ਐਡਲਟਸ ਹੈਗੇ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਉਹ ਫਰੂਟਸ ਹੀ ਖਾਣ। ਦਰਸ਼ਕੋ, ਸਕਰੀਨ ਦੇ ਨੀਚੇ ਸਾਡੇ ਨੰਬਰ ਚੱਲ ਰਹੇ ਨੇ ਡਾਕਟਰ ਸਾਹਿਬ ਦੇ, ਔਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਦਾ ਲੰਬਾ ਤਜਰਬਾ ਔਰ ਇੱਕ MBBS ਡਾਕਟਰ ਹੋ ਕੇ ਇਹਨਾਂ ਨੇ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ, ਔਰ ਹਰੇਕ ਚੀਜ਼ ਦੀ ਡੀਪਲੀ ਇਹਨਾਂ ਨੂੰ ਜਿਹੜੀ ਹੈਗੀ ਨੌਲੇਜ ਹੈਗੀ ਆ। ਡਾਕਟਰ ਸਾਹਿਬ ਸਾਡਾ ਬਣੇ ਹੋਏ ਆ, ਨੀਚੇ ਫੋਨ ਨੰਬਰ ਚੱਲ ਰਿਹਾ, ਤੁਸੀਂ ਵੀ ਕੋਈ ਅਗਰ ਕਿਸੇ ਤਰ੍ਹਾਂ ਦੀ ਕੰਸਲਟੇਸ਼ਨ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ। ਡਾਕਟਰ ਸਾਹਿਬ, ਇਹਦੇ ਨਾਲ ਸਾਨੂੰ ਦੱਸੋ ਕਿ ਜਿੱਦਾਂ ਸ਼ੂਗਰ ਔਰ ਹਾਰਟ ਅਟੈਕ ਜਿਹੜਾ ਹੈਗਾ ਅੱਜ ਕੱਲ੍ਹ ਬਹੁਤ ਜ਼ਿਆਦਾ ਵਧਿਆ ਹੋਇਆ, ਔਰ ਸ਼ੂਗਰ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਿਕਰਾਲ ਰੂਪ ਧਾਰਨ ਕਰ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸ਼ੂਗਰ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ। ਉਹਦੇ ਵਾਸਤੇ ਜਿਹੜਾ ਜ਼ਰੂਰੀ ਹੈਗਾ ਵਾ ਖੁਰਾਕ ਦਾ ਪਰਹੇਜ਼ ਬਹੁਤ ਜ਼ਰੂਰੀ ਹੈਗਾ ਵਾ, ਨਾਲ ਜਿਹੜੀ ਸਰੀਰਕ ਕਸਰਤ ਹੈਗੀ ਹੈ ਉਹ ਵੀ ਬਹੁਤ ਜ਼ਰੂਰੀ ਹੈਗੀ ਹੈ, ਤਾਂ ਕਿ ਜਿਹੜਾ ਆਪਾਂ ਸ਼ੂਗਰ 'ਤੇ ਕੰਟਰੋਲ ਕਰ ਸਕੀਏ। ਉਹਦੇ ਨਾਲ ਥਾਇਰਾਇਡ ਦੀ ਆਪਾਂ ਗੱਲ ਕਰ ਲਈਏ, ਔਰ ਲਾਈਫ ਸਟਾਈਲ ਡਿਜ਼ੀਜ਼ ਜਿੱਦਾਂ ਬਲੱਡ ਪ੍ਰੈਸ਼ਰ ਦੀ ਗੱਲ ਕਰ ਲਈਏ, ਉਹਦਾ ਵੀ ਜਿਹੜਾ ਹੈਗਾ ਰੁਝਾਨ ਬੜਾ ਵੱਧ ਰਿਹਾ ਹੈਗਾ। ਔਰ ਅੱਗੇ ਕਦੇ ਕਹਿੰਦੇ ਹੁੰਦੇ ਸੀ 50 ਸਾਲ ਦੇ ਬੰਦੇ ਆ ਜਿਹੜੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਆ, 55 ਸਾਲ ਦੇ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬੜੀ ਅਰਲੀ ਸਟੇਜ ਦੇ ਵਿੱਚ BP ਜਿਹੜੇ ਹੈਗੇ ਚੜ੍ਹਨ ਲੱਗੇ ਬੱਚੇ। ਹਾਂਜੀ, ਲਾਈਫ ਸਟਾਈਲ ਜਿਹੜੀ ਡਿਜ਼ੀਜ਼ਸ ਹੈਗੀਆਂ ਵੈ ਉਹਨਾਂ ਦਾ ਮਤਲਬ ਹੈ ਰਹਿਣ ਦੇ ਤੌਰ ਤਰੀਕੇ ਦੇ ਨਾਲ ਸਾਡੇ ਬਿਮਾਰੀਆਂ ਪੈਦਾ ਹੋ ਰਹੀਆਂ ਹੈਗੀਆਂ ਵੈ। ਇਹਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਮੋਟਾਪਾ ਹੈ, ਦਿਲ ਦੀਆਂ ਬਿਮਾਰੀਆਂ ਵੈ। ਸੋ ਇਹਨਾਂ ਵਾਸਤੇ ਜਿਹੜਾ ਰਹਿਣ ਦੇ ਆਪਣੇ ਤੌਰ ਤਰੀਕੇ ਦੇ ਵਿੱਚ ਹੀ ਬਦਲਾਵ ਕਰਨਾ ਜ਼ਰੂਰੀ ਹੈ, ਜਿਹਦੇ ਵਿੱਚ ਪਹਿਲੇ ਨੰਬਰ 'ਤੇ ਖੁਰਾਕ ਆਉਂਦੀ ਹੈਗੀ ਹੈ, ਦੂਜੇ ਨੰਬਰ 'ਤੇ ਸਰੀਰਕ ਕਸਰਤ ਆਉਂਦੀ ਹੈਗੀ ਹੈ। ਸੋ ਖੁਰਾਕ ਦਾ ਕੰਟਰੋਲ ਕਰਨਾ ਜ਼ਰੂਰੀ ਹੈ ਅਤੇ ਨਾਲ ਕਸਰਤ ਕਰਨੀ ਜ਼ਰੂਰੀ ਹੈਗੀ। ਦੱਸਾਂ ਕੀ ਤੁਹਾਡਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕਿ ਅੱਜ ਦਾ ਜਿਹੜਾ ਦੌੜ ਵਾਲਾ ਜ਼ਿੰਦਗੀ ਆ, ਜਿਹਦੇ 'ਚ ਅਸੀਂ ਟਾਈਮ ਸਿਰ ਖਾਣਾ ਜਿਹੜਾ ਹੈਗਾ ਖਾਣ ਦੇ ਲਈ ਕੀ ਕਹਿਣਾ ਚਾਹੋਗੇ ਕਿ ਯੂ ਸ਼ੁੱਡ ਵੀ ਖਾਣਾ ਜਿਹੜਾ ਹੈਗਾ ਸਭ ਤੋਂ ਬੈਸਟ ਹੈਗਾ ਵੀ ਆਪਾਂ ਨੂੰ ਖਾਣਾ ਹੀ ਚਾਹੀਦਾ ਹੈਗਾ? ਸਲਾਦ ਬਾਰੇ ਕੀ ਕਹਿਣਾ ਚਾਹੋਗੇ? ਫਰੂਟਸ ਬਾਰੇ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੀ ਜ਼ਿੰਦਗੀ ਬਹੁਤ ਛੋਟੀ ਹੈਗੀ ਹੈ, ਤੇ ਸੋ ਇਸ ਕਰਕੇ ਤੁਸੀਂ ਜਿਹੜਾ ਜਿਵੇਂ ਕਹਿੰਦੇ ਹੈਗੇ ਆ ਕਿ ਈਟ ਟੂ ਲਿਵ ਜਾਂ ਲਿਵ ਟੂ ਈਟ, ਉਹ ਤੁਸੀਂ ਡਿਸਾਈਡ ਕਰਨਾ ਹੈਗਾ ਕਿ ਤੁਸੀਂ ਕੀ ਚਾਹੁੰਦੇ ਹੈਗੇ ਹੋ। ਜਿਹੜੇ ਆਪਣੇ ਫਲ ਅਤੇ ਸਬਜ਼ੀਆਂ ਹੈਗੀਆਂ ਵੇ ਇਹ ਸਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੈਗੀਆਂ, ਇਹਨਾਂ ਦਾ ਸੇਵਨ ਜ਼ਰੂਰ ਕਰੋ। ਜਿਹੜੀ ਆਪਣੀ ਅੱਧੀ ਪਲੇਟ ਹੈਗੀ ਆ ਉਹ ਤੁਸੀਂ ਫਲ ਸਬਜ਼ੀਆਂ ਦੇ ਨਾਲ ਭਰੋ, ਅਤੇ ਬਾਕੀ 1/4 ਤੁਸੀਂ ਰੋਟੀ ਦੇ ਨਾਲ ਖਾਓ, ਬਾਕੀ 1/4 ਤੁਸੀਂ ਦਾਲ ਹੈ ਜਾਂ ਅੰਡਾ ਹੈ, ਮੀਟ ਹੈ, ਉਹਦੇ ਨਾਲ ਤੁਸੀਂ ਕਰੋ। ਥੈਂਕ ਯੂ ਡਾਕਟਰ। ਥੈਂਕ ਯੂ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਵਿਤਲ ਕੇ ਗੁਪਤਾ ਜੀ ਦੇ ਨਾਲ। ਇੱਕ ਐਸਾ ਨਾਮ ਜਿਹੜਾ ਕਿ ਤੁਹਾਨੂੰ ਸਾਰੇ ਤੁਸੀਂ ਵਾਕਫ ਹੀ ਹੋ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਕੋਈ ਜ਼ਮਾਨਾ ਜਦੋਂ ਲੋਕ ਡਾਕਟਰੀ ਦਾ ਪ੍ਰੋਫੈਸ਼ਨ ਚੂਜ਼ ਕਰਦੇ ਸੀ ਅੱਜ ਤੋਂ 40 ਸਾਲ ਪਹਿਲਾਂ, ਔਰ ਮਾਂ-ਬਾਪ ਦੋ ਹੀ ਉਹਨਾਂ ਕੋਲ ਪ੍ਰੋਫੈਸ਼ਨ ਹੁੰਦੇ ਸੀਗੇ, ਡਾਕਟਰ ਜਾਂ ਇੰਜੀਨੀਅਰ। ਔਰ ਅੱਜ ਜਿਹੜੇ ਹੈਗੇ ਆ ਬੱਚੇ ਜਦੋਂ ਡਾਕਟਰ ਬਣਨ ਲੱਗਦੇ ਆ ਤਾਂ ਮਾਂ-ਬਾਪ ਵੀ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਂਦੇ ਆ ਵੀ ਡਾਕਟਰੀ ਔਖੀ ਹੋ ਗਈ ਆ। ਕੀ ਕਾਰਨ ਆ? ਉਸ ਸਮੇਂ ਦੇ ਵਿੱਚ ਜਿਹੜੀ ਪਵਿੱਤਰਤਾ, ਜਿਸ ਤਰੀਕੇ ਦੇ ਨਾਲ ਲੋਕ ਡਾਕਟਰ ਬਣਦੇ ਸੀਗੇ ਔਰ ਖੁਸ਼ੀਆਂ ਮਨਾਈਆਂ ਜਾਂਦੀਆਂ ਸੀਗੀਆਂ ਔਰ ਡਾਕਟਰਾਂ ਨੂੰ ਲੋਕ ਪੂਜਦੇ ਸੀ ਰੱਬ ਵਾਂਗੂ, ਕੀ ਕਾਰਨ ਆ ਕਿ ਅੱਜ ਜਿਹੜੇ ਗਾਂ ਨਈ ਪੀੜ੍ਹੀ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਲੋਕ ਡਾਕਟਰੀ ਦਾ ਜਿਹੜਾ ਪ੍ਰੋਫੈਸ਼ਨ ਹੈਗਾ ਉਹਦੇ ਤੋਂ ਡਰਦੇ ਆ ਵੀ ਨਹੀਂ ਯਾਰ ਵੀ ਸਾਰਾ ਦਿਨ ਅਸੀਂ ਸੇਵਾ ਕਰਾਂਗੇ, ਸ਼ਾਮ ਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਆ ਕੇ ਸਾਡੇ ਗਲੇ ਨੂੰ ਹੱਥ ਪਾ ਲੈਣਾ? ਕੀ ਕਹਿਣਾ ਚਾਹੋ? ਇਹਨਾਂ ਜੀ ਬਹੁਤ ਵੱਡਾ ਸਵਾਲ ਹੈ ਇਹ, ਜਿਹੜਾ ਅੱਜ ਕੱਲ੍ਹ ਹਰ ਇੱਕ ਬੰਦੇ ਦੇ ਦਿਮਾਗ 'ਚ ਹੈ। ਜਿਹੜਾ ਮਰੀਜ਼ ਜਾਂਦਾ ਹੈ ਉਹ ਇਹ ਸੋਚ ਕੇ ਜਾਂਦਾ ਹੈ ਕਿ ਡਾਕਟਰ ਮੈਨੂੰ ਲੁੱਟ ਨਾ ਲਵੇ। ਜਿਹੜਾ ਡਾਕਟਰ ਹੈ ਉਹ ਇਹ ਸੋਚ ਕੇ ਇਲਾਜ ਕਰਦਾ ਹੈ ਕਿ ਮਰੀਜ਼ ਮੇਰੇ ਨਾਲ ਲੜ ਨਾ ਪਵੇ। ਸੋ ਇਹਦੇ ਨਾਲ ਮਲਟੀ ਫੈਕਟੋਰੀਅਲ ਚੀਜ਼ਾਂ ਹੈ। ਮਲਟੀ ਫੈਕਟੋਰੀਅਲ ਦਾ ਮਤਲਬ ਕਿ ਅਲੱਗ-ਅਲੱਗ ਕਾਰਨ ਹੈ। ਕਾਰਨ ਜਿਹੜੇ ਪ੍ਰਾਈਵੇਟ ਡਾਕਟਰ ਹੈ ਉਹਨਾਂ ਦੇ ਅਲੱਗ ਮਸਲੇ ਹੈ, ਜਿਹੜੇ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਆ ਉਹਨਾਂ ਦੇ ਅਲੱਗ ਮਸਲੇ ਹੈ। ਸੋ ਜੇ ਆਪਾਂ ਪ੍ਰਾਈਵੇਟ ਡਾਕਟਰਸ ਦੀ ਗੱਲ ਕਰੀਏ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਪ੍ਰਾਈਵੇਟ ਹਸਪਤਾਲ ਜੇ 50 ਲੱਖ ਰੁਪਈਆ ਜਾਂ 2 ਕਰੋੜ ਰੁਪਈਆ ਲਾ ਕੇ ਇਨਵੈਸਟਮੈਂਟ ਕਰੇਗਾ, ਉਹ ਕੀ ਸੋਚਦੇ ਹੋ ਤੁਸੀਂ? ਜਿਹੜਾ ਬੰਦਾ MD ਕਰਨ ਵਾਸਤੇ 1.5 ਕਰੋੜ ਰੁਪਈਆ 2 ਕਰੋੜ ਰੁਪਈਆ ਖਰਚੇਗਾ, ਉਹ ਪਬਲਿਕ ਸਰਵਿਸ ਕਰੇਗਾ? ਨਹੀਂ ਕਰੇਗਾ। ਜਿਹੜਾ ਮਰੀਜ਼ ਜਾਂਦਾ ਹੈ
ਉਹਦੇ ਦਿਮਾਗ 'ਚ ਇਹ ਹੁੰਦਾ ਹੈ ਕਿ ਮੇਰੇ ਕੋਲੇ ਪੈਸੇ ਘੱਟ ਹੈ, ਪੈਸੇ ਘੱਟ ਲਵੇ। ਉਹਦੀ ਕੰਪਲਸ਼ਨ ਇਹ ਹੈ ਕਿ ਉਹ ਪੈਸੇ ਘੱਟ ਲੈ ਕੇ ਕਰ ਨਹੀਂ ਸਕਦਾ, ਉਹ ਪੜਤਾ ਨਹੀਂ ਖਾਂਦਾ। ਜੇ ਆਪਾਂ ਪੰਜਾਬੀ 'ਚ ਕਹੀਏ, ਜਿਵੇਂ ਆਪਾਂ ਕੱਲ੍ਹ ਨੂੰ ਕਹੀਏ ਕਿ ਮੌਰੀਆ ਸ਼ੈਰਟਨ 'ਚ ਜਾ ਕੇ ਅਸੀਂ ਕਹੀਏ ਵੀ ਸਾਨੂੰ ਤਾਂ 10 ਰੁਪਏ 'ਚ ਰੋਟੀ ਖਵਾ ਭਾਈ, ਉਹ ਨਹੀਂ ਖਵਾ ਪਾਏਗਾ। ਪਰ ਜਿੱਥੋਂ ਤੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਸਰਕਾਰੀ ਹਸਪਤਾਲ 'ਚ ਜਾ ਕੇ ਅਸੀਂ ਡਿਮਾਂਡ ਕਰ ਸਕਦੇ ਹਾਂ ਕਿ ਭਾਈ ਸਾਡਾ ਤਾਂ ਮੁਫਤ ਇਲਾਜ ਹੋਣਾ ਚਾਹੀਦਾ। ਸੋ ਉਹ ਸਰਕਾਰੀ ਜਿਹੜੇ ਇਲਾਜ ਵਾਸਤੇ ਜਾਂਦੇ ਆ ਬੰਦੇ, ਉੱਥੇ ਕਿਉਂ ਨਹੀਂ ਇਲਾਜ ਹੁੰਦਾ? ਕਿਉਂਕਿ ਸਰਕਾਰਾਂ ਪੈਸੇ ਘੱਟ ਖਰਚਦੀਆਂ। ਸਾਡੀਆਂ 2002 ਤੋਂ ਨੈਸ਼ਨਲ ਜਿਹੜੀਆਂ ਬਣੀਆਂ ਕਮੇਟੀਆਂ, ਹਰ ਇੱਕ ਕਮੇਟੀ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ 2.5% ਤੋਂ ਉੱਤੇ GDP ਦਾ ਸਰਕਾਰਾਂ ਨਹੀਂ ਖਰਚਣਗੀਆਂ, ਅਸੀਂ ਸਿਹਤ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਹੈਗੀਆਂ ਸਰਕਾਰੀ ਤੌਰ ਤੇ, ਉਹ ਪੂਰੀਆਂ ਨਹੀਂ ਦੇ ਪਾਵਾਂਗੇ। ਸੋ ਜਦੋਂ ਉੱਥੇ ਜਾਂਦੇ ਆ, ਉੱਥੇ ਡਾਕਟਰ ਨਹੀਂ ਹੁੰਦਾ। ਡਾਕਟਰ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਪੇ ਡਾਕਟਰ ਨੂੰ ਪੂਰੀ ਨਹੀਂ ਦੇ ਰਹੀਆਂ ਸਰਕਾਰਾਂ, ਤਾਂ ਡਾਕਟਰ ਅਟਰੈਕਟ ਨਹੀਂ ਹੁੰਦੇ। ਉਹੀ ਮਸਲਾ ਫੇਰ ਆ ਜਾਂਦਾ, ਜੇ 1.5 ਕਰੋੜ ਰੁਪਈਆ ਲਾ ਕੇ ਬੰਦੇ ਨੇ MD ਕੀਤੀ ਹੈ, ਉਹ 50, 60, 70 ਹਜ਼ਾਰ ਦੀ ਨੌਕਰੀ ਨਹੀਂ ਕਰੇਗਾ। ਨਾਲ ਹੀ ਉਹਨੂੰ ਪ੍ਰਾਈਵੇਟ ਹਸਪਤਾਲਾਂ 'ਚ ਉਹੀ ਬੰਦੇ ਨੂੰ ਨੌਕਰੀ ਦਾ 2 ਲੱਖ ਰੁਪਈਆ, 1.5 ਲੱਖ ਰੁਪਇਆ ਮਿਲਦਾ। ਵਰਕਿੰਗ ਕੰਡੀਸ਼ਨਸ ਦੇਖੋ, ਉੱਥੇ ਸੂਟ ਬੂਟ ਪਾ ਕੇ ਜਾਂਦਾ ਬੰਦਾ, 에ਅਰ ਕੰਡੀਸ਼ਨ ਇਨਵਾਇਰਨਮੈਂਟ 'ਚ ਕੰਮ ਕਰਦਾ, ਕਿਸੇ ਨੂੰ ਜਵਾਬਦੇਹ ਨਹੀਂ ਹੈ। 8 ਘੰਟੇ ਕੰਮ ਕੀਤਾ, ਘਰੇ ਆ ਗਿਆ। ਸਰਕਾਰੀ ਹਸਪਤਾਲਾਂ 'ਚ 150-200 ਮਰੀਜ਼ ਦੇਖਦਾ, ਹਰ ਇੱਕ ਅਫਸਰ ਦੀ ਸੁਣਦਾ, ਉਹਦੇ ਨਾਲ ਰਿਪੋਰਟਾਂ ਬਣਾਉਣੀਆਂ ਹੁੰਦੀਆਂ, ਕਿਤੇ VIP ਡਿਊਟੀ ਲੱਗ ਗਈ, ਕਿਤੇ ਕੁਛ ਡਿਊਟੀ ਲੱਗ ਗਈ। ਸੋ ਇਸ ਕਰਕੇ ਜਿੰਨੇ ਡਾਕਟਰ ਹੈਗੇ ਆ, ਉਹ ਜ਼ਿਆਦਾ ਪ੍ਰਾਈਵੇਟ ਹਸਪਤਾਲਾਂ ਕੰਨੀ ਨੂੰ ਰੁੱਖ ਕਰਦੇ ਆ, ਸਰਕਾਰੀ ਹਸਪਤਾਲਾਂ ਕੰਨੀਆਂ ਨੂੰ ਨਹੀਂ ਕਰਦੇ। ਸਰਕਾਰੀ ਹਸਪਤਾਲਾਂ 'ਚ ਪਹਿਲਾਂ ਜਦੋਂ ਅਸੀਂ ਸੀਗੇ ਛੋਟੇ, ਸਮਝ ਲਓ ਤੁਸੀਂ, ਉਦੋਂ ਸਰਕਾਰੀ ਹਸਪਤਾਲਾਂ ਸੁਵਿਧਾਵਾਂ ਜ਼ਿਆਦਾ ਸੀਗੀਆਂ ਅੱਜ ਦੇ ਬਨਿਸਬਤ। ਸੋ ਇਸ ਕਰਕੇ ਕਈ ਚੀਜ਼ਾਂ ਹੈਗੀਆਂ ਜਿਨ੍ਹਾਂ ਕਰਕੇ ਆਪਸ 'ਚ ਬੇਵਸਾਹੀ ਵਧੀ ਜਾਂਦੀ ਹੈ। ਮਰੀਜ਼ ਦੀ ਤੇ ਡਾਕਟਰ ਦੀ ਆਪਸ 'ਚ ਜੋ ਵਿਸ਼ਵਾਸ ਸੀਗਾ ਉਹ ਘਟੀ ਜਾ ਰਿਹਾ ਹੈ। ਇੰਸ਼ੋਰੈਂਸ ਆ ਗਈ, ਇੰਸ਼ੋਰੈਂਸ ਕਰਕੇ ਕੀ ਹੋ ਗਿਆ? ਮਰੀਜ਼ ਕਹਿੰਦਾ ਜੀ ਮੈਨੂੰ ਲੰਮਾ ਪਾ ਲਓ, ਡਾਕਟਰ ਸਾਹਿਬ ਦੇਖ ਲਓ ਜੀ, ਜਿਹੜੇ ਮਰਜ਼ੀ ਟੈਸਟ ਕਰ ਲਓ ਤੁਸੀਂ, ਆਪਦਾ ਇੰਸ਼ੋਰੈਂਸ ਨੇ ਪੈਸੇ ਦੇਣੇ ਆ, ਡਾਕਟਰ ਨੂੰ ਵੀ ਸੌਖਾ ਹੈ। ਅਗਲਾ ਕਹਿੰਦਾ ਜੀ 2 ਦਿਨ ਦੀ ਲੋੜ ਹੈ, 4 ਦਿਨ ਪਾਓ, ਇੰਸ਼ੋਰੈਂਸ ਨੇ ਪੈਸੇ ਦੇਣੇ। ਪਰ ਅਲਟੀਮੇਟਲੀ ਕੀ ਹੋਊਗਾ? ਇੰਸ਼ੋਰੈਂਸ ਦੀ ਖਰਚਾ ਵੱਧ ਜਾਊਗਾ, ਉਹਨਾਂ ਨੇ ਅਗਲੇ ਸਾਲ ਆਪਦਾ ਪ੍ਰੀਮੀਅਮ ਵਧਾ ਦੇਣਾ। ਸੋ ਅਸੀਂ 99 ਦੇ ਚੱਕਰ 'ਚ ਪੈ ਜਾਣਾ ਹੈ ਅਸੀਂ ਕਿ ਇੱਕ ਪਾਸੇ ਜੇ ਅਸੀਂ ਜਾਇਜ਼ ਇਲਾਜ ਨਹੀਂ ਕਰਦੇ, ਵੱਧ ਮੈਡੀਸਨ ਦਿੰਦੇ ਹਾਂ, ਵੱਧ ਟੈਸਟ ਕਰਾਉਂਦੇ ਹਾਂ, ਅਲਟੀਮੇਟਲੀ ਨੈਸ਼ਨਲ ਵੇਸਟੇਜ ਹੈ। ਜੇ ਨੈਸ਼ਨਲ ਵੇਸਟੇਜ ਹੋਊਗੀ ਤਾਂ ਕਿਹਦੇ ਤੇ ਆਉਣਾ? ਉਹ ਸਾਰਾ ਮਰੀਜ਼ਾਂ ਤੇ ਆਉਣਾ। ਸੋ ਇਹ ਜਿਹੜੀਆਂ ਬੇਵਸਾਹੀ ਦੀਆਂ ਚੀਜ਼ਾਂ ਹੈਗੀਆਂ। ਦੂਜਾ, ਜਿਹੜੇ ਪ੍ਰੋਮੀਨੈਂਟ ਡਾਕਟਰ ਹੈਗੇ ਆ ਉਹ ਨਹੀਂ ਬੋਲਦੇ। ਜੇ ਕੋਈ ਕਰਪਟ ਡਾਕਟਰ ਆ, ਉਹਦੇ ਖਿਲਾਫ ਕੋਈ ਆਵਾਜ਼ ਨਹੀਂ ਹੈ। ਕਰਪਟ ਬਹੁਤ ਘੱਟ ਹੈ। ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ 90% ਆਪਦਾ ਕੰਮ ਕਰਦੇ ਆ, ਓਨੈਸਟਲੀ ਕੰਮ ਕਰਦੇ ਆ। ਪਰ ਬਦਨਾਮ ਕੌਣ ਕਰਦਾ? ਉਹ 10% ਕੰਮ ਕਰਦੇ ਆ। ਦੂਜਾ, ਸਰਕਾਰਾਂ ਕਰੀ ਜਾਂਦੀਆਂ, ਇਹ ਤਾਂ ਜੀ ਪ੍ਰਾਈਵੇਟ ਡਾਕਟਰ ਦਾ ਲੋਟੂ ਹੈ ਜੀ, ਇਹ ਤਾਂ ਜੀ ਕੱਪੜੇ ਲਾ ਲੈਂਦੇ ਆ ਜੀ। ਉਹਦਾ ਮਕਸਦ ਕੀ ਹੈ? ਸਰਕਾਰਾਂ ਨੂੰ ਪੁੱਛਣ ਵਾਲਾ ਬੰਦਾ ਹੋਵੇ ਕਿ ਤੁਸੀਂ ਆਪਦੇ ਸਰਕਾਰੀ ਹਸਪਤਾਲਾਂ ਨੂੰ ਤਕੜਾ ਬਣਾਓ, ਪੈਰਲਲ ਬਣਾਓ। ਜਿਹੋ ਜਿਹਾ ਪ੍ਰਾਈਵੇਟ ਹਸਪਤਾਲ ਹੈ ਉਹ ਜਿਹਾ ਸਰਕਾਰੀ ਹਸਪਤਾਲ ਬਣਾਓ। ਤੁਸੀਂ ਉਨੇ ਪੈਸੇ ਡਾਕਟਰ ਨੂੰ ਦਿਓ। ਫਿਰ ਬੰਦੇ ਕੋਲੇ ਆਪਦੀ ਚੋਇਸ ਹੈ। ਮੇਰੇ ਕੋਲੇ ਪੈਸੇ ਨਹੀਂ ਹੈ, ਮੈਂ ਸਰਕਾਰੀ ਹਸਪਤਾਲ ਚਲਾ ਗਿਆ। ਮੇਰੇ ਕੋਲੇ ਪੈਸੇ ਹੈ, ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਛੇਤੀ ਦੇਣੇ ਦਿਖਾਉਣਾ ਚਾਹੁੰਦਾ, ਮੈਂ ਪ੍ਰਾਈਵੇਟ ਹਸਪਤਾਲ ਚਲਾ ਗਿਆ। ਤਾਂ ਕੀ ਦਿੱਕਤ ਹੈ ਉਹਦੇ 'ਚ? ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰਾਈਵੇਟ ਹਸਪਤਾਲ ਘੱਟ ਪੈਸੇ ਲੈਣ, ਉਹਨਾਂ ਦੇ ਬਿਜਲੀ ਦੇ ਬਿੱਲ ਘਟਾ ਦਿਓ। ਜਿਹਨੇ 50 ਲੱਖ ਰੁਪਇਆ ਬਿਜਲੀ ਦਾ ਬਿੱਲ ਦੇਣਾ ਹੈ, ਮਾਫ ਕਰਨਾ, ਉਹ ਕਿਵੇਂ ਤੁਹਾਡੀ ਸਰਵਿਸ ਕਰੇਗਾ? ਉਹ 1-2 ਪੇਸ਼ੈਂਟ, 4 ਪੇਸ਼ੈਂਟਸ ਦੀ ਕਰ ਸਕੇਗਾ। ਹਰ ਇੱਕ ਪੇਸ਼ੈਂਟ ਦਾ ਐਕਸਪੈਕਟ ਨਹੀਂ ਕਰਨਾ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਅਗੇਂਸਟ ਬੋਲਣ ਨਾਲੋਂ ਸਰਕਾਰਾਂ 'ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਕਿ ਤੁਸੀਂ ਸਰਕਾਰੀ ਹਸਪਤਾਲ ਹੈ ਜਿਹੜੇ ਉਹ ਤਕੜੇ ਕਰੋ, ਤਾਂ ਜੋ ਸਾਡੇ ਕੋਲੇ ਤਰੀਕਾ ਹੋਵੇ ਕਿ ਸਾਡੇ ਕੋਲੇ ਪੈਸੇ ਹੈ ਅਸੀਂ ਪ੍ਰਾਈਵੇਟ ਇਲਾਜ ਕਰਾ ਲੈਂਦੇ ਹਾਂ, ਸਾਡੇ ਕੋਲ ਪੈਸੇ ਹੈ ਜੀ ਅਸੀਂ AC ਬੱਸ ਚਲੇ ਜਾਂਦੇ ਹਾਂ, ਸਾਡੇ ਕੋਲ ਪੈਸੇ ਨਹੀਂ ਹੈ ਅਸੀਂ ਘੱਟ ਉਹਦੇ 'ਤੇ ਚਲੇ ਜਾਂਦੇ ਹਾਂ, ਸਾਡੇ ਕੋਲ ਬਿਲਕੁਲ ਪੈਸੇ ਨਹੀਂ ਹੈ ਅਸੀਂ ਘਰੇ ਬੈਠਦੇ ਹਾਂ। ਸੋ ਅਸੀਂ ਇਹ ਡਿਮਾਂਡ ਨਹੀਂ ਕਰ ਸਕਦੇ। ਜਿੱਥੋਂ ਤੱਕ ਸਰਕਾਰਾਂ ਉਹਨਾਂ ਤੋਂ ਡਿਮਾਂਡ ਕਰ ਸਕਦੇ ਹਾਂ, ਪਰ ਪ੍ਰਾਈਵੇਟ ਐਂਟੀਟੀਜ਼ ਤੋਂ ਡਿਮਾਂਡ ਨਹੀਂ ਕਰ ਸਕਦੇ। ਸੋ ਉਹਦੇ 'ਚ ਇਹ ਬੇਵਸਾਹੀ ਘਟਾਉਣ ਵਾਸਤੇ ਇਹੀ 2 ਤਰੀਕੇ ਹੈ ਕਿ ਅਸੀਂ ਸਰਕਾਰੀਆਂ ਨੂੰ ਮਜ਼ਬੂਤ ਕਰੀਏ, ਪ੍ਰਾਈਵੇਟਾਂ ਦਾ ਖਹਿੜਾ ਛੱਡੀਏ। ਅਸੀਂ ਧਿਆਨ ਦੇਈਏ ਕਿ ਸਰਕਾਰੀ ਹਸਪਤਾਲ, ਪਬਲਿਕ ਹੈਲਥ ਸੈਕਟਰ, ਮੈਡੀਕਲ ਐਜੂਕੇਸ਼ਨ ਕਿਵੇਂ ਅਸੀਂ ਸਸਤੀ ਕਰ ਸਕਦੇ ਹਾਂ। ਜੇ ਪ੍ਰਾਈਵੇਟ ਬੰਦਾ ਕਹਿੰਦਾ ਮੈਡੀਕਲ ਕਾਲਜ ਜੀ ਮੈਥੋਂ ਤਾਂ ਇਹਨਾਂ ਤੋਂ ਚੱਲਦਾ ਨਹੀਂ ਹੈ, ਸਰਕਾਰਾਂ ਉੱਥੇ ਏਡ ਕਰਨ।
ਉਹਦੀਆਂ ਫੀਸਾਂ ਘਟਾਉਣ। ਸਾਡੇ ਉਲਟ ਹੈ। ਸਾਡੇ ਪੰਜਾਬ 'ਚ ਕੀ ਹੋਇਆ, ਰੂਲ ਬਣਾਇਆ ਸਰਕਾਰ ਨੇ ਕਿ ਪ੍ਰਾਈਵੇਟ ਹਸਪਤਾਲਾਂ, ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਫੀਸਾਂ ਰੈਗੂਲੇਟ ਕਰਾਂਗੇ ਜੀ। ਉਹਨਾਂ ਦੀਆਂ ਤਾਂ ਕੀ ਰੈਗੂਲੇਟ ਕਰਨੀਆਂ ਸੀ, ਸਰਕਾਰੀ ਹਸਪਤਾਲ, ਸਰਕਾਰੀ ਮੈਡੀਕਲ ਕਾਲਜਸ ਦੀਆਂ ਵਧਾਤੀਆਂ। ਤਾਂ ਕਿਤੇ ਨਾ ਕਿਤੇ ਸਾਡੇ ਪੋਲੀਟੀਕਲ ਵਿਲ 'ਚ ਜਿਨ੍ਹਾਂ ਨੇ ਪਾਲਿਸੀਜ਼ ਬਣਾਉਣੀ ਹੈ, ਆਪਾਂ ਬੈਠੇ ਗੱਲ ਕਰੀ ਜਾਂਦੇ ਹਾਂ, ਲੋਕ ਸੈਂਸਿਟਿਵ ਹੋ ਗਏ। ਅਲਟੀਮੇਟਲੀ ਪਾਲਿਸੀ ਕਿਹਨੇ ਬਣਾਉਣੀ ਹੈ, ਪੈਸੇ ਕਿਹਨੇ ਖਰਚਣੇ ਹੈ, ਸਟੇਟ ਗਵਰਨਮੈਂਟ ਨੇ ਖਰਚਣੇ ਹੈ ਜਾਂ ਸੈਂਟਰਲ ਗਵਰਨਮੈਂਟ ਨੇ ਖਰਚਣੇ ਹੈ? ਤੁਹਾਡਾ ਕੀ ਖਿਆਲ, ਉਹਨਾਂ ਨੂੰ ਪਤਾ ਨਹੀਂ ਹੈ? ਉਹਨਾਂ ਨੂੰ ਪਤਾ ਹੈ, ਪਰ ਸਾਡਾ ਫੋਕਸ ਹੀ ਨਹੀਂ ਹੈ ਹੈਲਥ ਤੇ ਐਜੂਕੇਸ਼ਨ ਤੇ। ਡਾਕਟਰ ਜਿਸ ਤਰੀਕੇ ਦੇ ਨਾਲ ਡਾਕਟਰਸ ਬੜੀ ਮਿਹਨਤ ਦੇ ਨਾਲ ਤੁਸੀਂ ਆਪਣੀ ਪ੍ਰੀ ਮੈਡੀਕਲ ਦਾ ਸਮਾਂ ਕੱਢੋ, ਜਿਸ ਤਰੀਕੇ ਦੇ ਨਾਲ ਆਪਦੇ ਸਿਰ ਦੇ ਵਾਲ ਬਣ ਕੇ ਲੋਕ ਪੜ੍ਹਦੇ ਸੀਗੇ, ਮਿਹਨਤਾਂ ਕਰਦੇ ਸੀਗੇ, ਉਹ ਡਾਕਟਰ ਬਣ ਜਾਂਦੇ ਆ। ਔਰ ਸਰਕਾਰ ਜਿਹੜੀ ਹੈਗੀ ਆ, ਹਾਲ ਤੱਕ ਕੋਈ ਐਸਾ ਵਧੀਆ ਕਾਨੂੰਨ ਨਹੀਂ ਬਣਾ ਸਕੀ ਡਾਕਟਰਾਂ ਵਾਸਤੇ ਕਿ ਜਿਹੜੇ ਇਮਾਨਦਾਰ ਡਾਕਟਰ ਆ ਉਹ ਵੀ ਕੈਟਾਗਰੀਜ਼ਾਈਜ਼ ਕਰ ਦੇਣ। ਜਿਹੜੇ ਡਾਕਟਰ ਕਮਿਸ਼ਨ ਆ, ਜਿਹੜੇ ਡਾਕਟਰ ਕਰਪਟ ਨੇ, ਉਹਨਾਂ ਨੂੰ ਕੈਟਾਗਰਾਈਜ਼ ਕਰ ਦੇਣ। ਜਿਹੜੇ ਇਮਾਨਦਾਰ ਡਾਕਟਰ ਉਹ ਇਸ ਕੁੰਨ 'ਚ ਪਿੱਸੇ ਜਾਂਦੇ ਆ, ਉਹ ਸ਼ਰੀਫ ਹੁੰਦੇ ਆ, ਉਹਨਾਂ ਨੂੰ ਮਾਰਕੀਟਿੰਗ ਨਹੀਂ ਆਉਂਦੀ ਗੀ। ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਕੋਈ ਨਾ ਕੋਈ ਐਸਾ ਰੂਲ ਜ਼ਰੂਰ ਬਣਾਉਣਾ ਚਾਹੀਦਾ ਜਿਹਦੇ ਨਾਲ ਪ੍ਰਾਈਵੇਟ ਡਾਕਟਰ ਦਾ, ਜਿਹੜੇ ਦੇ ਸ਼ੁੱਡ ਫੀਲ ਕਿ ਅਸੀਂ ਇਸ ਇੰਡੀਆ ਨੂੰ ਛੱਡ ਕੇ ਨਹੀਂ ਜਾਣਾ। ਸਾਡੇ ਗਾਂ ਦੇ ਬੱਚੇ ਜਿਹੜੇ ਹੈਗੇ ਉਹ ਕੋਸ਼ਿਸ਼ ਕਰ ਰਹੇ ਕਿ ਅਸੀਂ ਫੋਰਨ 'ਚ ਪਲਾਨ ਕਰ ਲਈਏ, ਉੱਥੇ ਜਾ ਕੇ ਅਸੀਂ ਆਪਣੇ ਮੈਡੀਕਲ ਸੁਵਿਧਾਵਾਂ ਦੇ ਵਿੱਚ ਨਾਲ ਉਸ ਦੇਸ਼ ਦੀ ਸੇਵਾ ਕਰ ਲਈਏ, ਜਦੋਂ ਕਿ ਆਪਣੀ ਇੰਡੀਆ ਦੇ ਵਿੱਚ ਆਬਾਦੀ ਵੱਧ ਰਹੀ ਹੈ। ਨਹੀਂ, ਇਹ ਬਹੁਤ, ਤੁਹਾਡੇ ਸਵਾਲ ਬਹੁਤ ਵਧੀਆ ਹੈ ਜੀ। ਇਨਫੈਕਟ ਇਹ ਚੀਜ਼ਾਂ ਰੂਲ ਪਹਿਲਾਂ ਤੋਂ ਹੀ ਹੈਗੇ ਹੈ। ਹੁਣ ਇੱਕ ਰੂਲ ਇਹਨਾਂ ਨੇ ਬਣਾਇਆ ਸੀਗਾ ਕਿ ਵਾਇਲੈਂਸ ਅਗੇਂਸਟ ਡਾਕਟਰਸ ਜੇ ਕੋਈ ਕਰਦਾ ਹੈ ਤਾਂ ਉਹਦੇ 'ਤੇ ਕੇਸ ਦਰਜ ਹੋਊਗਾ। ਉਹਦੇ 'ਤੇ ਅਸੀਂ ਵੀ ਲਿਖਿਆ ਸੀਗਾ ਕਿ ਉਹਦੇ 'ਚ ਡਾਕਟਰ ਦਾ ਸ਼ਿਕਾਇਤਕਰਤਾ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਕੇਸ ਹੈਗਾ ਉਹ ਸਟੇਟ ਕਰਨੀ ਹੋਵੇ, ਸਰਕਾਰ ਕਰਨੀ ਹੋਵੇ, ਕਿਉਂਕਿ ਡਾਕਟਰ ਇਕੱਲਾ ਬੈਠਾ ਹੈ। ਉਹ ਕੇਸ ਕਿਵੇਂ ਕਰੇਗਾ? ਜਿਹੜੇ ਬਦਮਾਸ਼ ਆ ਕੇ ਕੁੱਟ ਗਏ ਆ, ਜਿਹੜੇ ਬਦਮਾਸ਼ ਆ ਕੇ ਵੀ ਆ ਕੇ ਉੱਥੇ ਵਾਇਲੈਂਸ ਕਰ ਗਏ, ਉਹ ਫਿਰ ਵੀ ਆ ਕੇ ਕਰ ਸਕਦੇ। ਸੋ ਉਹ ਡਰ ਕਰਕੇ ਹੀ ਡਾਕਟਰ ਅੱਗੇ ਪਰਸੂ ਨਹੀਂ ਕਰਦਾ। ਇੱਕ ਉਹਨੂੰ ਕੋਰਟ ਜਾਣਾ ਪੈਂਦਾ। ਅਗਲਾ ਕਹਿੰਦਾ ਜੀ ਲੱਖ ਰੁਪਇਆ ਦੇ ਕੇ ਕੰਮ ਮੁਕਾਓ ਤੁਸੀਂ, ਮੇਰੀ ਤਾਂ ਇੰਨੀ ਪ੍ਰੈਕਟਿਸ ਖਰਾਬ ਹੋ ਜੂ, ਮੈਂ ਆਪਦੀ ਸਿਕਿਉਰਿਟੀ ਨੂੰ ਕਿਉਂ ਖਤਰੇ 'ਚ ਪਾਵਾਂ? ਪਰ ਜੇ ਉਹ ਸਰਕਾਰਾਂ ਕੇਸ ਕਰਨ, ਸਰਕਾਰੀ ਤੌਰ 'ਤੇ ਕੇਸ ਹੋਵੇ, ਡਾਕਟਰ ਨੂੰ ਇਕੱਲਾ ਵਿਟਨੈਸ ਬੁਲਾਇਆ ਜਾਵੇ, ਤਾਂ ਅੱਧੇ ਤੋਂ ਵੱਧ ਮਸਲਾ ਹੱਲ ਹੋ ਜੂਗਾ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹਨੇ ਜੀ ਹਸਪਤਾਲ 'ਚ ਦੰਗਾ ਕਰਤਾ, ਉਹਦਾ ਕੁਛ ਨਹੀਂ ਬਣਿਆ, ਤਾਂ ਅਗਲੇ ਦੇ ਮੂੰਹ ਖੂਨ ਲੱਗ ਜਾਂਦਾ, ਅਗਲਾ ਵੀ ਜਾਂਦਾ ਜੀ ਭਾਈ ਮੈਨੂੰ ਕਿਹੜਾ ਕੁਛ ਹੋਣਾ। ਦੂਜੀ ਗੱਲ ਹੈਗੀ ਹੈ, ਫਿਰ ਉੱਥੇ ਆ ਜਾਂਦੀ ਹੈ ਕਿ ਡਾਕਟਰ ਸਿਕਿਉਰ ਕਿਉਂ ਨਹੀਂ ਹੈਗੇ। ਰੂਲ ਹੈਗੀ ਹੈ, ਪੰਜਾਬ ਮੈਡੀਕਲ ਕਾਉਂਸਲ ਹੈਗੀ ਹੈ, ਮੈਡੀਕਲ ਕਾਉਂਸਲ ਆਫ ਇੰਡੀਆ ਹੈਗੀ ਹੈ, ਭੰਗ ਕਰਤੀ, ਹੁਣ ਨੈਸ਼ਨਲ ਮੈਡੀਕਲ ਕਾਉਂਸਲ ਬਣ ਗਈ, ਨੈਸ਼ਨਲ ਮੈਡੀਕਲ ਕਮਿਸ਼ਨ ਬਣ ਗਿਆ। ਪਰ ਕਿਤੇ ਨਾ ਕਿਤੇ ਇਹ ਏਜੰਸੀਆਂ ਵੀ ਆਪ ਦਾ ਜਿਹੜਾ ਕੰਮ ਹੈ ਪੂਰਾ ਨਹੀਂ ਕਰ ਰਹੀਆਂ। ਇਹ ਏਜੰਸੀਆਂ ਨੂੰ, ਤੁਸੀਂ ਹੁਣ ਬਠਿੰਡੇ ਹੋ, ਤੁਸੀਂ, ਮੈਂ ਬਠਿੰਡੇ ਹਾਂ, ਮੈਨੂੰ ਨਹੀਂ ਪਤਾ ਕਿਹੜਾ ਡਾਕਟਰ ਕੀ ਕਰਦਾ, ਸਭ ਨੂੰ ਪਤਾ ਸਾਰੇ ਕੀ ਕਰਦੇ ਆ। ਜੇ ਤੁਸੀਂ ਸ਼ਿਕਾਇਤ ਵੀ ਕਰੋ ਤਾਂ ਵੀ ਕੋਈ ਐਕਸ਼ਨ ਨਹੀਂ ਹੁੰਦਾ। ਉਹ ਕਿਉਂ? ਦੋ ਕੰਮ ਆਪਣੇ ਬੜੇ ਵਧੀਆ ਕੰਮ ਹੈ, ਇੱਕ ਸਿਫਾਰਿਸ਼, ਇੱਕ ਪੈਸਾ। ਸੋ ਜੇ ਤੁਸੀਂ ਸਿਫਾਰਿਸ਼ ਕਰਦੇ ਹੋ, ਵਾਲਾ ਕਹਿੰਦਾ ਜੀ ਮੇਰਾ ਉਹ ਹੈ ਜੀ, ਮੈਂ ਹੀ ਮੈਂਬਰ ਹੈ ਜੀ, ਮੈਂ ਹੀ ਕੀ ਕਰਨਾ। ਦੂਜਾ, ਜੇ ਸਿਫਾਰਿਸ਼ ਨਹੀਂ ਚੱਲਦੀ, ਬੰਦਾ ਪੈਸਾ ਦੇ ਦਿੰਦਾ। ਸੋ ਜਿੱਥੇ ਕਰਪਸ਼ਨ ਹੈਗੀ ਹੈ ਉੱਥੇ ਇਹ ਚੀਜ਼ਾਂ ਨੂੰ ਵਧਾਵਾ ਮਿਲੂਗਾ। ਉਹ ਕਰਪਸ਼ਨ ਦੇ ਰਹਿੰਦੇ ਜਿਹੜੇ ਬੱਚੇ, ਅੱਜ ਤੁਸੀਂ ਦੇਖੋ ਮੇਰਾ ਰੋਜ਼ ਵਾਹ ਪੈਂਦਾ, ਮੈਨੂੰ ਰੋਜ਼ ਬੱਚੇ ਕੰਟੈਕਟ ਕਰਦੇ ਆ ਕਿ ਅਸੀਂ USML ਹੀ ਕਰਨਾ, ਕਿਉਂਕਿ ਮੇਰਾ ਥੋੜਾ ਪੜ੍ਹਾਈ ਲਿਖਾਈ ਦਾ ਵੀ ਕੰਮ ਹੈਗਾ, ਰਿਸਰਚ ਦਾ ਵੀ ਕੰਮ ਹੈਗਾ, ਪੇਪਰ ਪਬਲੀਕੇਸ਼ਨਸ ਦਾ ਵੀ ਹੈਗਾ। ਸੋ ਮੇਰੇ ਜਿਹੜੇ ਦੋਸਤ ਹੈ ਉਹਨਾਂ ਦੇ ਮੋਸਟਲੀ ਬੱਚੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਹੈ। ਉਹ ਮੇਰੇ ਕੋਲੇ ਆਉਂਦੇ ਆ ਕਿ ਜੀ ਸਾਡਾ ਰਿਸਰਚ ਪ੍ਰੋਜੈਕਟ ਕਰਾ ਦਿਓ, ਸਾਡੀ ਰਿਸਰਚ ਕਰਾ ਦਿਓ, ਪਬਲੀਕੇਸ਼ਨ ਕਰਵਾ ਦਿਓ। ਇਹ ਕਿਉਂ ਹੋ ਰਿਹਾ? ਕਿਉਂਕਿ ਉਹ ਸੇਫ ਨਹੀਂ ਫੀਲ ਕਰ ਰਹੇ ਉਹਦੇ ਪ੍ਰੈਕਟਿਸ 'ਚ। ਕਿਉਂ ਨਹੀਂ ਸੇਫ ਫੀਲ ਕਰ ਰਹੇ? ਆਪਣਾ ਪਹਿਲਾ ਮੁੱਦਾ ਫਿਰ ਆ ਜਾਂਦਾ ਕਿ ਜੀ ਆਪਸ 'ਚ ਮਰੀਜ਼ ਦਾ ਤੇ ਡਾਕਟਰ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ। ਸੋ ਉਸ ਕਰਕੇ ਸੇਫ ਨਹੀਂ ਫੀਲ ਕਰ ਰਹੇ। ਸੋ ਉਹਦੇ 'ਚ ਸਾਰਿਆਂ ਦਾ ਹੀ ਕਸੂਰ ਹੈਗਾ, ਸੁਸਾਇਟੀ ਦਾ ਹੈ ਸੱਚ। ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਤੁਸੀਂ ਮਾੜਾ ਜਿਹਾ ਕਿਸੇ ਬੱਚੇ ਨੂੰ ਕਹਿ ਦਿਓ ਓਏ ਸਾਈਕਲ ਠੀਕ ਚਲਾ, ਅੱਛਾ ਅੰਕਲ ਜੀ। ਅੱਜ ਕੱਲ੍ਹ ਤੁਸੀਂ ਕਹਿ ਕੇ ਦੇਖੋ ਓਏ, ਅੱਛਾ ਉਹਨੇ ਕਹਿਣਾ ਹੀ ਹੈ। ਉਹ ਆਪਦੇ ਪਿਓ ਦੀ ਇੱਜ਼ਤ ਨਹੀਂ ਕਰਦਾ, ਤੁਹਾਡੀ ਕੀ ਇੱਜ਼ਤ ਕਰੇਗਾ ਉਹ? ਸੋ ਉਹ ਜਿਹੜੀ ਇੱਜ਼ਤ ਹੀ ਘਟੀ ਜਾਂਦੀ ਹੈ ਸਾਰੀ। ਉਹ ਇੱਜ਼ਤ ਜਦੋਂ ਵੱਡੇ ਛੋਟੇ ਦਾ ਲਿਹਾਜ਼ ਨਹੀਂ ਰਹਿੰਦਾ ਤਾਂ ਫਿਰ ਕੋਈ ਡਾਕਟਰ ਦਾ ਕੋਈ ਉਹ ਲਿਹਾਜ਼ ਨਹੀਂ ਰਹਿੰਦਾ। ਜਦੋਂ ਅਸੀਂ ਪੜ੍ਹਦੇ ਸੀਗੇ ਸਾਨੂੰ ਕੱਪ ਦੇ ਦਿੰਦਾ ਸੀ ਸਾਡਾ ਪ੍ਰੋਫੈਸਰ ਧੋਣ ਵਾਸਤੇ, ਅਸੀਂ ਰਾਤ ਨੂੰ ਪਾਰਟੀ ਕਰਦੇ ਸੀਗੇ। ਬੰਦਾ ਕਹਿੰਦਾ ਸੀ, ਦੂਜੇ ਡਾਕਟਰ ਕਹਿੰਦੇ ਸੀ ਨਾਲ ਦੇ, ਪਾਰਟੀ ਕਰ ਭਾਈ, ਬੌਸ ਨੇ ਤੈਨੂੰ ਕੱਪ ਫੜਾਇਆ ਧੋਣ ਵਾਸਤੇ, ਤੂੰ ਉਹਦਾ ਫੇਵਰੇਟ ਹੈ। ਲੈ ਅੱਜ ਕੱਲ੍ਹ ਕਿਸੇ ਨੂੰ ਫੜਾ ਕੇ ਦਿਖਾਓ, ਮਾਂ ਪਿਓ ਸ਼ਿਕਾਇਤ ਕਰ ਦਿੰਦੇ ਆ ਕਿ ਉਹ ਤਾਂ ਜੀ ਝੂਠੇ ਕੱਪ ਧਵਾਉਂਦੇ ਆ।
ਸੋ ਸਾਰਾ ਸਿਸਟਮ ਚੇਂਜ ਹੋ ਗਿਆ। ਸੋ ਜਿਹੜੀ ਚੀਜ਼ ਨੂੰ ਅਸੀਂ ਇੱਜ਼ਤ ਮੰਨਦੇ ਸੀ, ਅੱਜ ਉਸ ਚੀਜ਼ ਨੂੰ ਬੇਇੱਜ਼ਤੀ ਮੰਨਦੇ ਆ ਕਿ ਜੀ ਮੈਨੂੰ ਕੱਪ ਫੜਾਤਾ ਧੋਣ ਵਾਸਤੇ, ਲੈ ਜੀ ਮੈਂ ਤਾਂ ਕਿਤੇ ਘਰੇ ਮੇਰੇ ਮਾਪਿਓ ਨੇ ਨਹੀਂ ਫੜਾਇਆ ਕੱਪ, ਇਹ ਟੀਚਰ ਨੇ ਕਿਵੇਂ ਫੜਾਤਾ। ਸੋ ਪਹਿਲਾਂ ਸ਼ਿਸ਼ ਦਾ ਤੇ ਗੁਰੂ ਦਾ ਰਿਲੇਸ਼ਨਸ਼ਿਪ ਹੋਰ ਸੀਗਾ, ਸੈਂਟਿਟੀ ਸੀਗੀ। ਅਸੀਂ ਜਦੋਂ ਕੈਫੇ ਬੈਠੇ ਚਾਹ ਪੀਂਦੇ ਹੁੰਦੇ ਸੀ, ਸਾਡਾ ਕੋਈ ਸੀਨੀਅਰ ਵੀ ਆ ਜਾਂਦਾ ਸੀ, ਅੱਧੇ ਜੂਨੀਅਰ ਖੜੇ ਹੋ ਜਾਂਦੇ ਸੀ ਸੀਟ ਦੇਣ ਵਾਸਤੇ। ਅੱਜ ਕੱਲ੍ਹ ਕਿਸੇ ਮੈਡੀਕਲ ਕਾਲਜ ਚਲੇ ਜਾਓ, ਪ੍ਰਿੰਸੀਪਲ ਆ ਜਾਏ ਅੰਦਰ, ਇੱਕ ਬੱਚਾ ਨਹੀਂ ਉੱਠਦਾ ਸੀਟ ਦੇਣ ਵਾਸਤੇ ਵੀ ਇੱਧਰ ਬੈਠ ਜਾਓ। ਉਹਨੂੰ ਪੁੱਛੋ ਵੀ ਕੀ ਗੱਲ, ਲੈ ਜੀ ਕਰੋੜ ਰੁਪਈਆ ਦਿੰਦੇ ਆ ਅਸੀਂ, ਕਿਉਂ ਉੱਠੀਏ, ਪੈਸੇ ਦਿੰਦੇ ਆ ਅਸੀਂ ਪੜ੍ਹਦੇ ਹਾਂ। ਸੋ ਇਸ ਕਰਕੇ ਨਾ ਜੀ ਬਹੁਤ ਕੰਪਲੈਕਸ ਸਿਚੁਏਸ਼ਨ ਹੈ ਇਹ। ਜੇ ਅੱਜ ਵੀ ਆਪਾਂ ਸ਼ੁਰੂ ਕਰੀਏ ਨਾ ਸੁਧਾਰ, ਮੈਨੂੰ ਨਹੀਂ ਲੱਗਦਾ 10-15 ਸਾਲ 'ਚ ਵੀ ਅਸੀਂ ਇਹ ਸੁਧਾਰ ਕਰ ਪਾਵਾਂਗੇ, ਜਿਹਦੇ 'ਚ ਅਸੀਂ ਬੱਚਿਆਂ ਨੂੰ ਇਹ ਵਿਸ਼ਵਾਸ ਦਿਵਾ ਪਾਵਾਂਗੇ ਕਿ ਭਾਈ ਹਿੰਦੁਸਤਾਨ 'ਚ ਰਹੋ, ਵਧੀਆ ਮੌਸਮ ਹੈ, ਵਧੀਆ ਕੰਮ ਕਰਨ ਦੇ ਤਰੀਕੇ ਹੈਗੇ ਹੈ, ਬਾਹਰ ਨਾ ਜਾਓ। ਦਰਸ਼ਕੋ, ਅਸੀਂ ਡਾਕਟਰ ਗੁਪਤਾ ਨਾਲ ਬਣੇ ਰਹਾਂਗੇ, ਇੱਕ ਐਸਾ ਡਾਕਟਰ ਜਿਹੜਾ ਜ਼ਿੰਦਗੀ ਨੂੰ ਜਿਹੜਾ ਹੈਗਾ ਉਹ ਲੋਕਾਂ ਲਈ ਸਮਰਪਿਤ ਕਰਕੇ, ਜਿਸ ਤਰੀਕੇ ਦੇ ਨਾਲ ਬੁੱਕਸ ਦੇ ਵਿੱਚ ਇਹਨਾਂ ਨੇ ਆਪਣੀਆਂ ਪਬਲਿਸ਼ ਕੀਤੀਆਂ ਔਰ ਹਮੇਸ਼ਾ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈਗੀ ਆ ਉਹ ਕਰਦੇ ਰਹਿੰਦੇ ਨੇ। ਡਾਕਟਰ ਸਾਹਿਬ, ਸਾਨੂੰ ਤੁਹਾਡਾ ਸਮਾਂ ਦੇਣ ਦਾ ਐਜ਼ ਏ ਵਲੰਟੀਅਰ ਪਹਿਲਾਂ ਧੰਨਵਾਦ। ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ, ਇਹਨਾਂ ਦੇ ਪ੍ਰੋਫੈਸ਼ਨ ਬਾਰੇ, ਕੋਡ ਬਾਰੇ ਗੱਲ ਕਰਾਂਗੇ। ਡਾਕਟਰ ਸਾਹਿਬ, ਪਹਿਲਾਂ ਤੁਹਾਡਾ ਧੰਨਵਾਦ, ਤੁਹਾਡਾ ਐਜ਼ ਏ ਵਲੰਟੀਅਰ ਸਾਡੇ ਨਾਲ ਇਸ ਚੈਨਲ ਦੇ ਉੱਪਰ ਆਉਣ ਦਾ। ਪਹਿਲਾ ਐਪੀਸੋਡ ਹੈ ਔਰ ਅਸੀਂ ਇਸ ਐਪੀਸੋਡਾਂ ਨੂੰ ਦਰਸ਼ਕੋ ਖਤਮ ਨਹੀਂ ਕਰਾਂਗੇ। ਅਸੀਂ ਡਾਕਟਰ ਸਾਹਿਬ ਦੇ ਨਾਲ, ਚਾਹੇ ਅਸੀਂ ਮੋਬਾਈਲਾਂ ਦੇ ਉੱਪਰ ਇਹਨਾਂ ਤੋਂ ਆਪਣੇ ਚੀਜ਼ਾਂ ਮੰਗਾਵਾਂਗੇ, ਲੇਕਿਨ ਇਹ ਡਾਕਟਰ ਸਾਹਿਬ ਜਿਹੜੇ ਹੈਗੇ ਸਾਡੇ ਚੈਨਲ ਦੇ ਉੱਪਰ ਹਮੇਸ਼ਾ ਆਉਂਦੇ ਰਹਿਣਗੇ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਪਹਿਲਾਂ ਸਮਾਂ ਦੇਣ ਦੇ ਲਈ ਐਜ਼ ਏ ਵਲੰਟੀਅਰ ਔਰ ਪੰਜਾਬ ਪਲੱਸ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਔਰ ਦਰਸ਼ਕੋ, ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਹਨਾਂ ਨੂੰ ਮੈਡੀਕਲ ਡਾਇਰੈਕਟਰ ਬਣਾ ਰਹੇ ਹਾਂ ਪੰਜਾਬ ਪਲੱਸ ਚੈਨਲ ਦੇ। ਔਰ ਡਾਕਟਰ ਸਾਹਿਬ ਜਿਹੜੇ ਹੈਗੇ ਆ ਉਹ ਜੋ ਵੀ ਮੈਡੀਕਲ ਦਾ ਅਸੀਂ ਚਲਾਵਾਂਗੇ, ਉਹ ਡਾਕਟਰ ਸਾਹਿਬ ਦੇ ਨਾਲ ਅਟੈਚ ਹੋ ਕੇ, ਜਿੱਦਾਂ ਡਾਕਟਰ ਸਾਹਿਬ ਸਾਨੂੰ ਗਾਈਡ ਕਰਨਗੇ ਅੱਗੇ ਤੋਂ, ਉਵੇਂ ਚਲਾਵਾਂਗੇ। ਡਾਕਟਰ ਸਾਹਿਬ, ਸਾਨੂੰ ਇਹ ਵੀ ਅਲਾਓ ਕਰੋ। ਨਹੀਂ, ਇਹ ਤਾਂ ਮੈਂ ਸੋਚ ਕੇ ਦੱਸੂਗਾ ਜੀ ਹਜੇ, ਕਿਉਂਕਿ ਮੈਂ ਵਾਲਾ ਇਹ ਚੱਕਰ 'ਚ ਪੈਂਦਾ ਨਹੀਂ ਫਰੈਂਕਲੀ, ਪਰ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਮਤਲਬ ਦੇਖਦੇ ਹਾਂ ਜੀ ਇਨ ਫਿਊਚਰ। ਦਰਸ਼ਕੋ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਸਾਹਿਬ ਦੇ ਨਾਲ ਕੋਵਿਡ-19 ਦੇ ਉੱਪਰ। ਜਿਸ ਤਰੀਕੇ ਦੇ ਨਾਲ ਐਪੀਡੈਮਿਕ ਹੈ ਔਰ ਦਿਨੋਂ ਦਿਨ ਕੇਸ ਵੱਧ ਰਹੇ ਨੇ, ਸਾਰਾ ਜਿਹੜਾ ਹੈਗਾ ਲੋਕਾਂ ਨੂੰ ਇਹ ਲੱਗ ਰਿਹਾ ਫਿਰ ਇਹ ਨਾਟਕ ਹੈਗਾ, ਕਿਉਂਕਿ ਅੱਜ ਅਸੀਂ ਦੇਖੀਏ ਬਾਘਾ ਪੁਰਾਣਾ ਰੈਲੀ ਹੋਈ ਆ ਆੜ੍ਹਤੀਆਂ ਦੀ, ਔਰ ਉਹਦੇ ਵਿੱਚ ਬਹੁਤ ਵੱਡਾ ਇਕੱਠ ਜਿਹੜਾ ਹੋਇਆ। ਪਿਛਲੇ ਦਿਨੀ ਆਪ ਦੀ ਰੈਲੀ ਹੋਈ ਆ, ਉੱਥੇ ਬਹੁਤ ਵੱਡੇ ਇਕੱਠ ਹੋਏ ਆ, ਜਿਹਦੇ ਜਿਹੜੇ ਅੱਜ ਕੱਲ੍ਹ ਵੀ ਸਮਾਗਮ ਹੋ ਰਹੇ ਨੇ, ਉੱਥੇ ਬਹੁਤ ਵੱਡੇ ਇਕੱਠ ਹੋ ਰਹੇ ਨੇ। ਲੇਕਿਨ ਇੱਕ ਪਾਸੇ ਕਰੋਨਾ ਜਿਹੜਾ ਹੈਗਾ ਉਹਨੇ ਵਿਕਰਾਲ ਰੂਪ ਧਾਰਨ ਕੀਤਾ। ਅਸੀਂ ਡਾਕਟਰ ਸਾਹਿਬ ਨਾਲ ਐਜ਼ ਏ ਸਪੈਸ਼ਲਿਸਟ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਕਰੋਨਾ ਦਾ ਐਪੀਡੈਮਿਕ ਵੱਧ ਰਿਹਾ ਔਰ ਜਿਸ ਤਰੀਕੇ ਨਾਲ ਰੈਲੀਆਂ ਦੇ ਉੱਤੇ ਆਪਾਂ ਅੱਜ ਕੱਲ੍ਹ WhatsApp 'ਤੇ ਵੀ ਆ ਰਹੇ ਨੇ ਕਿ ਰੈਲੀਆਂ ਦੇ ਉੱਪਰ ਜਾਂ ਇਕੱਠਾਂ ਦੇ ਉੱਪਰ ਤਾਂ ਕਰੋਨਾ ਨਹੀਂ ਅਸਰ ਕਰਦਾ ਹੈਗਾ, ਪਰ ਵਿਆਹ ਸ਼ਾਦੀਆਂ ਦੇ ਉੱਪਰ, ਸਕੂਲਾਂ ਦੇ ਉੱਪਰ ਕਰੋਨਾ ਦਾ ਜਿਹੜਾ ਹੈਗਾ ਬੜੀ ਮਾਰ ਪਈ ਵੀ ਹੈਗੀ ਆ। ਕੀ ਕਹਿਣਾ ਚਾਹੋ? ਇਹਦਾ ਨਾ ਜੀ ਬਹੁਤ ਮਤਲਬ ਇਹ ਵੀ ਸਮਝ ਲਓ ਤੁਸੀਂ ਵੀ ਨਾ ਸਮਝਣ ਵਾਲੀ ਤਕਲੀਫ ਨਹੀਂ ਹੈਗੀ ਇਹ, ਕਿਉਂਕਿ ਜਦੋਂ ਕਰੋਨਾ ਫੈਲਿਆ ਸੀਗਾ ਉਦੋਂ ਲੋਕਾਂ 'ਚ ਡਰ ਬਹੁਤ ਸੀ। ਕਰੋਨਾ ਉਹਨਾਂ ਭਾਵੇਂ ਨਹੀਂ ਸੀ। ਹੁਣ ਉਲਟ ਸਿਚੁਏਸ਼ਨ ਹੋ ਗਈ। ਹੁਣ ਜਿਹੜੀ ਸੈਕਿੰਡ ਵੇਵ ਆ ਰਹੀ ਹੈ ਉਹਦੇ 'ਚ ਕਰੋਨਾ ਤਾਂ ਬਹੁਤ ਜ਼ਿਆਦਾ ਫੈਲਿਆ, ਪਰ ਲੋਕਾਂ ਦਾ ਡਰ ਘਟ ਗਿਆ। ਇਹ ਕੁਛ ਐਂ ਸਮਝ ਲਓ ਕਿ ਅਨਪੜ੍ਹਤਾ ਕਰਕੇ ਕਰ ਲਓ। ਕੁਛ ਜਦੋਂ ਅਸੀਂ ਸ਼ੁਰੂ 'ਚ ਡਰ ਪਾਇਆ ਸੀਗਾ, ਤੁਸੀਂ ਦੇਖਿਆ ਹੋਣਾ ਉਦੋਂ ਵੀ TV 'ਤੇ ਕਿ ਯਮਦੂਤ ਤੁਰਿਆ ਫਿਰਦਾ ਸੜਕਾਂ 'ਤੇ, ਉਹ ਭਾਲਦਾ ਫਿਰਦਾ ਜੀ ਵੀ ਜਿਹੜਾ ਚਿੰਮੜ ਜੂਗਾ ਉਹ ਤਾਂ ਮਰ ਗਿਆ। ਸੋ ਉਦੋਂ ਡਰ ਇਹ ਫੈਲਿਆ ਸੀ ਕਿ ਵੀ ਜਿਹਨੂੰ ਕਰੋਨਾ ਹੋ ਗਿਆ ਉਹ ਤਾਂ ਡੈਥ ਵਾਰੰਟ ਹੋ ਗਿਆ, ਉਹ ਤਾਂ ਮਰੂਗਾ ਹੀ ਮਰੂਗਾ, ਕਿਉਂਕਿ ਅਸੀਂ ਡਰ ਫੈਲਾਤਾ। ਫਿਰ ਅਸੀਂ ਡਰ ਕੱਢਣ ਦੀ ਕੋਸ਼ਿਸ਼ ਕੀਤੀ ਲੋਕਾਂ 'ਚ, ਗੌਰਮੈਂਟ ਕੰਨੀਓ ਵੀ, ਸਮਾਜਿਕ ਸੰਸਥਾਵਾਂ ਨੇ ਵੀ, ਕਿ ਇੰਨਾ ਡਰ ਨਹੀਂ ਹੈ ਭਾਈ, 98% ਲੋਕੀ ਬਚ ਜਾਂਦੇ ਆ, ਜਿਹਦੇ 10-15% ਨੂੰ ਹਸਪਤਾਲ ਦਾਖਲ ਹੋਣਾ ਪੈਂਦਾ, 2% ਦੀ ਜਾਂ 1.5% ਦੀ ਮ੍ਰਿਤੂ ਦਰ ਹੈਗੀ ਹੈ, ਤਾਂ ਇੰਨਾ ਨਾ ਡਰੋ। ਹੁਣ ਜਦੋਂ ਆਪਾਂ ਉਹ ਚੀਜ਼ ਕੀਤੀ, ਹੁਣ ਜਮਾਈ ਡਰ ਨਿਕਲ ਗਿਆ। ਅਗਲਾ ਕਹਿੰਦਾ ਜੀ ਲਓ ਜੀ ਹੁੰਦਾ ਹੀ ਨਹੀਂ ਹੈ। ਅੱਛਾ, ਉਹਦਾ ਕਾਰਨ ਵੀ ਹੈ। ਜਿਹੜਾ ਇਹਦੇ ਫੈਲਣ ਦਾ ਕਾਰਨ ਹੈ ਜਨਰਲੀ ਕਲੋਜ਼ਡ ਸਪੇਸਿਸ 'ਚ, ਜਿਹੜਾ ਆਪਾਂ ਮਾਸਕ ਕਹਿੰਦੇ ਆ, ਸੋਸ਼ਲ ਡਿਸਟੈਂਸਿੰਗ ਕਹਿੰਦੇ ਆ, ਫਰੀਕੁਐਂਟ ਹੈਂਡ ਵਾਸ਼ ਕਹਿੰਦੇ ਆ, ਤਿੰਨ ਆਪਾਂ ਪ੍ਰੀਕਾਸ਼ਨ ਲੈਂਦੇ ਆ ਇਹਦੇ। ਸੋ ਇਹਦੇ ਜਿਹੜੇ ਫੈਲਣ ਦੀ ਦਰ ਹੈ, ਜੇ ਆਪਾਂ ਇਕੱਠੇ ਕਮਰੇ 'ਚ ਬੈਠੇ ਹਾਂ ਤਾਂ ਉਹਦਾ ਫੈਲਣ ਦਾ ਜ਼ਿਆਦਾ ਖਤਰਾ ਹੈ। ਜੇ ਅਸੀਂ ਓਪਨ ਸਪੇਸਿਸ 'ਚ ਹੈਗੇ ਹਾਂ ਉੱਥੇ ਘੱਟ ਖਤਰਾ ਹੈ। ਸੋ ਇਹ ਜਿਹੜੀਆਂ ਦੂਜਾ ਜਿਹੜਾ ਹੁਣ ਆ ਵੀ ਰਿਹਾ ਲੋਕਾਂ ਦਾ ਡਰ ਕਿਉਂ? ਅਗਲਾ ਕਹਿੰਦਾ ਜੀ ਐਵੇਂ ਪੋਲੀਟੀਸ਼ੀਅਨ ਭਕਾਈ ਮਾਰੀ ਜਾਂਦੇ, ਦੇਖੋ ਆਪ ਤਾਂ ਰੈਲੀ ਕਰੀ ਜਾਂਦੇ ਆ ਤੇ ਸਕੂਲਾਂ ਬੰਦ ਕੀਤੇ ਪਏ ਆ। ਹੁਣ ਸਕੂਲਾਂ ਵਾਲੇ ਪ੍ਰੋਟੈਸਟ ਕਰ ਰਹੇ
ਕਿ ਜੀ ਕਰੋ। ਦੂਜਾ, ਵਿਆਹ ਸ਼ਾਦੀ ਤੇ ਤੁਸੀਂ 100 ਬੰਦੇ ਇਕੱਠੇ ਹੋ ਸਕਦੇ ਹੋ, ਰੈਲੀ ਤੇ ਤੁਸੀਂ ਲੱਖ ਬੰਦਾ ਇਕੱਠੇ ਹੋ ਸਕਦੇ ਹੋ। ਸੋ ਸਾਰੀਆਂ ਚੀਜ਼ਾਂ ਨਾ ਜੀ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ ਕਿ ਕੀ ਚੀਜ਼ ਹੈ ਇਹ। ਸੋ ਉਹ ਜਿਹੜਾ ਸ਼ੱਕ ਹੈਗਾ ਉਹ ਫਿਰ ਅੱਗੇ ਆਪਾਂ ਸੋਚੀਏ ਤਾਂ ਡਰ ਕੰਨੀ ਨੂੰ ਘਟ ਜਾਂਦਾ, ਨਿਡਰਤਾ ਕੰਨੀ ਨੂੰ ਵੱਧ ਜਾਂਦਾ। ਦੱਸੋ, ਜਿਸ ਤਰੀਕੇ ਦੇ ਨਾਲ ਅੱਜ ਆਪਾਂ ਵੱਡੇ ਵੱਡੇ ਹਸਪੀਟਲਾਂ 'ਚ ਦੇਖ ਰਹੇ ਹਾਂ ਕਿ ਬੈੱਡਸ ਦੀ ਕਮੀ ਹੈ। ਅਸੀਂ ਡੀਐਮਸੀ ਦੀ ਗੱਲ ਕਰ ਲਈਏ, ਲੁਧਿਆਣੇ ਦੇ ਹਸਪੀਟਲਾਂ ਦੀ ਗੱਲ ਕਰ ਲਈਏ, ਜਲੰਧਰ ਦੀ ਕਰ ਲਈਏ, ਤਾਂ ਤਕਰੀਬਨ ਸਾਰੇ ਬੈੱਡਸ ਜਿਹੜੇ ਹੈਗੇ ਆ ਉਹ ਆਕੂਪਾਈ ਆ। ਔਰ ਆਉਣ ਵਾਲਾ ਸਮਾਂ ਇਸ ਤਰੀਕੇ ਦੇ ਨਾਲ ਰਿਹਾ, ਡਾਕਟਰ ਸਾਹਿਬ ਕਿਵੇਂ ਤੁਸੀਂ ਸੋਚਦੇ ਹੋ, ਕਿਸ ਨਜ਼ਰੀਏ ਨਾਲ ਸੋਚਦੇ ਹੋ ਕਿ ਇਹ ਤਾਂ ਫਿਰ ਬੜੀ ਵੱਡੀ ਐਪੀਡੈਮਿਕ ਹੋ ਜਾਏਗਾ? ਜਿੱਦਾਂ ਤੁਸੀਂ ਹਾਲੇ ਤਾਂ ਸਟਾਰਟਿੰਗ ਹੋਈ ਹੈ, ਜਿਸ ਤਰੀਕੇ ਨਾਲ ਅਪ੍ਰੈਲ ਦੇ ਵਿੱਚ ਕਹਿੰਦੇ ਇਹ ਬਹੁਤ ਪੀਕ ਤੇ ਜਾਏਗਾ। ਇਹਦਾ ਨਾ ਜੀ ਜੇ ਅਸੀਂ ਸ਼ੁਰੂ ਤੋਂ ਲਈਏ ਤਾਂ ਜਿਹੜੇ ਹੈਲਥ ਐਕਸਪਰਟ ਸੀਗੇ ਉਹਨਾਂ ਨੇ ਪਹਿਲਾਂ ਹੀ, ਜਦੋਂ ਆਪਾਂ ਲੋਕਡਾਊਨ ਕੀਤਾ ਉਦੋਂ ਤੋਂ ਹੀ ਬਿਆਨ ਆਉਣੇ ਸ਼ੁਰੂ ਹੋ ਗਏ ਸੀਗੇ ਕਿ ਲੋਕਡਾਊਨ ਦਾ ਐਜ਼ ਸੱਚ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਇਹ ਅਸੀਂ ਟਾਈਮ ਯੂਟਿਲਾਈਜ਼ ਕਰੀਏ, ਟਾਈਮ ਦੀ ਵਰਤੋਂ ਕਰੀਏ ਆਪਦੀਆਂ ਸਿਹਤ ਸੇਵਾਵਾਂ ਨੂੰ ਤਕੜਾ ਕਰਨ ਵਾਸਤੇ। ਸਿਹਤ ਸੇਵਾਵਾਂ ਨੂੰ ਤਕੜਾ ਕਿਹੜਾ ਹੈ? ਪਬਲਿਕ ਹੈਲਥ। ਪਬਲਿਕ ਹੈਲਥ 'ਚ ਪ੍ਰਾਇਮਰੀ ਹੈਲਥ ਆ ਜਾਂਦੀ ਹੈ, ਐਜੂਕੇਟਿਵ ਹੈਲਥ ਆ ਜਾਂਦੀ ਹੈ, ਤੇ ਸਾਡੇ ਹਸਪਤਾਲ ਆ ਜਾਂਦੇ ਹੈ। ਸੋ ਅਸੀਂ ਇਹ ਟਾਈਮ ਨੂੰ ਯੂਟਿਲਾਈਜ਼ ਕਰੀਏ। ਤੁਸੀਂ ਦੇਖੋ, ਉਦੋਂ ਸਰਕਾਰੀ ਹਸਪਤਾਲਾਂ 'ਚ ਉਨੀਆਂ ਸੇਵਾਵਾਂ ਨਹੀਂ ਸੀਗੀਆਂ, ਤਾਂ ਪ੍ਰਾਈਵੇਟ ਹਸਪਤਾਲਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਜਦੋਂ ਕਿ ਸਾਰੀਆਂ ਸਿਹਤ ਸੇਵਾਵਾਂ ਬੰਦ ਸੀ, ਪ੍ਰਾਈਵੇਟ ਡਾਕਟਰ ਜਾਂ ਸਰਕਾਰੀ ਡਾਕਟਰਸ ਜਾ ਕੇ ਮਰੀਜ਼ਾਂ ਦਾ ਇਲਾਜ ਕਰਦੇ ਸੀ। ਪਰ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਨੂੰ ਤਕੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਵੀ ਜੇ ਅਸੀਂ, ਤੁਸੀਂ ਉਦਾਹਰਨ ਦਿੱਤੀ ਡੀਐਮਸੀ ਦੀ ਜਾਂ ਉਹਦੀ, ਹੁਣ ਵੀ ਜਿਹੜੇ ਮੇਨਲੀ ਬੈੱਡ ਹੈਗੇ ਆ ਉਹ ਪ੍ਰਾਈਵੇਟ ਹਸਪਤਾਲਾਂ ਨੇ ਪ੍ਰੋਵਾਈਡ ਕੀਤੇ ਹੋਏ ਆ। ਜਦੋਂ ਕਿ ਉਦੋਂ ਸਰਕਾਰਾਂ ਨੂੰ ਚਾਹੀਦਾ ਸੀ, ਹੁਣ ਇੱਕ ਸਾਲ 1 ਮਹੀਨਾ ਹੋ ਗਿਆ ਤੇ ਨਿਊਜ਼ ਆਉਂਦੀ ਰਹਿੰਦੀ ਹੈ ਕਿ ਜੀ ਵੈਂਟੀਲੇਟਰ ਉੱਥੇ ਪਏ ਆ ਸਟੋਰ 'ਚ, ਉਹ ਲਗਾਏ ਨਹੀਂ ਕਿਤੇ। ਬਠਿੰਡੇ ਸਿਵਲ ਹਸਪਤਾਲ ਦੀ ਆਪਾਂ ਗੱਲ ਕਰੀਏ ਤਾਂ ਸਿਹਤ ਸੇਵਾਵਾਂ ਬਠਿੰਡੇ ਸਿਵਲ ਹਸਪਤਾਲ 'ਚ ਘੱਟੋ ਘੱਟ ਨਹੀਂ ਤਾਂ 25-30 ਵੈਂਟੀਲੇਟਰਸ ਦਾ ਪ੍ਰੋਵੀਜ਼ਨ ਕਰਕੇ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸਾਲ। ਸਰਕਾਰਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਅਸੀਂ ਦਿੱਲੀ 'ਚ ਮੇਕਸ਼ਿਫਟ ਹਸਪੀਟਲ 15 ਦਿਨਾਂ 'ਚ ਬਣਾ ਸਕਦੇ ਹਾਂ ਤਾਂ ਸਰਕਾਰਾਂ ਨੂੰ ਕੀ ਦਿੱਕਤ ਹੈ? ਪਰ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਸਾਡੀ ਵਿਲ ਟੂ ਡੂ ਹੈ ਨਹੀਂ ਤਾਂ ਕੀ ਸੀਗਾ, ਪੈਸੇ ਖਰਚਣੇ ਸੀਗੇ ਤੁਸੀਂ। ਅੱਛਾ, ਇਕੱਲੇ ਵੈਂਟੀਲੇਟਰ ਵੀ ਕੀ ਕਰਨਗੇ? ਉਹ ਵੈਂਟੀਲੇਟਰਾਂ ਨੂੰ ਚਲਾਉਣ ਵਾਸਤੇ ਵੀ ਬੰਦੇ ਚਾਹੀਦੇ ਆ, ਐਕਸਪਰਟ ਬੰਦੇ ਚਾਹੀਦੇ ਆ, ਡਾਕਟਰਸ ਦੀ ਰਿਕਰੂਟਮੈਂਟ ਚਾਹੀਦੀ ਹੈ, ਨਰਸਿੰਗ ਦੀ ਰਿਕਰੂਟਮੈਂਟ ਚਾਹੀਦੀ ਹੈ, ਵਾਰਡ ਬॉयਜ਼ ਚਾਹੀਦੇ ਹੈ। ਸੋ ਸਾਰਾ ਦਾ ਸਾਰਾ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਸਾਡੀਆਂ ਸਰਕਾਰਾਂ ਨੇ ਕੀਤਾ ਨਹੀਂ। ਸੋ ਇਸ ਕਰਕੇ ਖਤਰਾ ਹੋਰ ਵੀ ਵੱਧ ਜਾਂਦਾ ਹੈ। ਜੇ ਅਸੀਂ ਆਪਦੇ ਸਰਕਾਰੀ ਹਸਪਤਾਲਾਂ ਨੂੰ ਤਕੜਾ ਕੀਤਾ ਹੁੰਦਾ, ਬੈੱਡ ਐਡ ਕੀਤੇ ਹੁੰਦੇ। ਦੇਖੋ, ਪ੍ਰਾਈਵੇਟ ਹਸਪਤਾਲਾਂ ਦੇ ਫਿਰ ਵੀ ਲਿਮਿਟੇਸ਼ਨਸ ਹੈਗੀਆਂ, ਖਰਚੇ ਵੱਧ ਜਾਂਦੇ ਆ, ਤੇ ਅਸੀਂ ਜੇ ਸਰਕਾਰਾਂ ਖਰਚੇ ਕਰ ਸਕਦੀਆਂ। ਹੁਣ ਆਪਾਂ ਵੈਕਸੀਨ 'ਤੇ ਵੀ ਤਾਂ ਮੁਫਤ ਖਰਚਾ ਕਰ ਰਹੇ ਹਾਂ। ਸੋ ਉਹਦੇ 'ਚ ਜੇ ਅਸੀਂ ਤਗੜੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਦੇ ਤਾਂ ਸਾਡੇ ਕੋਲੇ ਫੈਸਿਲਿਟੀਜ਼ ਹੋਣੀਆਂ ਸੀਗੀਆਂ, ਸਾਡੇ ਤੇ ਬੋਝ ਘਟ ਜਾਣਾ ਸੀਗਾ। ਪਰ ਹੁਣ ਬੋਝ, ਜਿਵੇਂ ਹੁਣ ਸੈਕਿੰਡ ਵੇਵ ਹੈਗੀ ਹੈ, ਕੱਲ 90,000 ਦੇ ਕਰੀਬ ਕੇਸ ਆ ਗਏ ਸੀਗੇ, ਤੇ ਆਉਣ ਵਾਲੇ ਸਮੇਂ 'ਚ ਡੈਫੀਨੇਟਲੀ ਖਤਰਾ ਨਜ਼ਰ ਆਉਂਦਾ ਹੈ ਜੀ। ਇਸੇ ਕਰਕੇ ਅਸੀਂ ਹਰ ਇੱਕ ਸਟੇਜ ਤੇ ਲੋਕਾਂ ਨੂੰ ਕਹਿੰਦੇ ਆ ਕਿ ਵੈਕਸੀਨ ਲਗਵਾਓ, ਮਾਸਕ, ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ ਤੁਸੀਂ ਕਰੋ। ਸਰਕਾਰਾਂ ਕੰਨੀ ਨਾ ਦੇਖੋ। ਮੇਰਾ ਤਾਂ ਆਪ ਦਾ ਮੰਨਣਾ ਇਹ ਹੈ ਕਿ ਇੰਡੀਵਿਜੂਅਲ ਨੂੰ ਆਪ ਦਾ ਸੇਫਟੀ ਆਪ ਕਰਨੀ ਪਊਗੀ। ਜੇ ਮੈਂ ਆਪ ਦੀ ਸੇਫਟੀ ਕਰਦਾ ਤਾਂ ਮੇਰੇ ਘਰ ਦੀ ਸੇਫਟੀ ਹੋਗੀ। ਜੇ ਇੱਕ ਪਰਿਵਾਰ ਸੇਫ ਕਰਦਾ ਤਾਂ ਮਹੱਲਾ ਸੇਫ ਹੋ ਗਿਆ। ਜੇ ਇੱਕ ਮਹੱਲਾ ਸੇਫ ਹੈ ਤਾਂ ਉਹ ਸਿਟੀ ਸੇਫ ਹੈ, ਸਿਟੀ ਸੇਫ ਹੈ ਤਾਂ ਸਟੇਟ ਸੇਫ ਹੈ। ਤਾਂ ਅਲਟੀਮੇਟਲੀ ਲੋਕਾਂ 'ਤੇ ਹੀ ਆ ਜਾਂਦੀ ਹੈ ਜ਼ਿੰਮੇਵਾਰੀ ਵੀ ਜਿੱਥੇ ਸਰਕਾਰਾਂ ਨਹੀਂ ਕਰ ਰਹੀਆਂ ਕੁਝ, ਲੋਕਾਂ ਨੂੰ ਜਾਗਰੂਕ ਹੋ ਕੇ ਇਹ ਸਾਰਾ ਸਿਸਟਮ ਹੈ ਜਿਹੜਾ ਵੈਕਸੀਨ ਲਗਵਾਉਣ ਦਾ, ਮਾਸਕ ਦਾ, ਸੋਸ਼ਲ ਡਿਸਟੈਂਸਿੰਗ ਦਾ, ਹੈਂਡ ਵਾਸ਼ ਦਾ, ਜਿੱਥੇ ਪੋਸੀਬਲ ਹੈ ਉੱਥੇ ਜ਼ਰੂਰ ਕਰੋ। ਮਾਸਕ ਤਾਂ ਜ਼ਰੂਰ ਲਗਵਾਓ। ਮਾਸਕ ਜੇ ਲਗਾ ਲੈਂਦੇ ਆ ਤਾਂ ਜੇ ਅਸੀਂ ਸੋਸ਼ਲ ਡਿਸਟੈਂਸਿੰਗ ਥੋੜ੍ਹਾ ਬਹੁਤਾ ਘੱਟ ਵੀ ਹੋ ਜਾਂਦਾ ਤਾਂ ਵੀ ਖਤਰਾ ਘੱਟ ਜਾਂਦਾ। ਘੱਟੋ ਘੱਟ ਅਸੀਂ ਕਿਸੇ ਦੀ ਬਿਮਾਰੀ ਲਵਾਂਗੇ ਨਹੀਂ, ਅਸੀਂ ਕਿਸੇ ਨੂੰ ਦੇਵਾਂਗੇ ਨਹੀਂ, ਉੱਥੇ ਹੀ ਚੱਕਰ ਟੁੱਟਣਾ ਹੈ ਜੀ। ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਅਸੀਂ ਬਣਾਈ ਰੱਖਾਂਗੇ ਆਪਣੇ ਚੈਨਲ ਦੇ ਉੱਤੇ ਡਾਕਟਰ ਗੁਪਤਾ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।